ਕਿਹੜੇ ਕਾਰਨ ਐਸੇ ਰਹਿੰਦੇ ਆ ਵੀ ਅਸੀਂ ਸ਼ੂਗਰ ਦੀ ਬਿਮਾਰੀ ਦੇ ਮਰੀਜ਼ ਹੋ ਜਾਂਦੇ ਆ ਜੀ। दरअसल ਅਸੀਂ ਜਿਵੇਂ ਇਸ ਤਰ੍ਹਾਂ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ, ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਹੋਰ ਆਪਾਂ ਦਿਨ ਵਿੱਚ ਜੋ ਕੰਮਕਾਜ ਕਰਦੇ ਹਾਂ ਉਹ ਸਾਡੀ એનર્ਜੀ ਨਾਲ ਹੁੰਦੀ ਹੈ। ਜੀ। એનર્ਜੀ ਯਾਨੀ ਊਰਜਾ। ਇਹ ਊਰਜਾ ਸਾਨੂੰ ਕਿੱਥੋਂ ਮਿਲਦੀ ਹੈ? ਜਿਹੜਾ ਆਪਾਂ ਤਰੀਕੇ ਨਾਲ ਇਲਾਜ ਨਾ ਕਰਵਾਇਆ ਜਾਏ ਤੇ ਅੱਗੇ ਜਾ ਕੇ ਇਹਦੇ ਨਾਲ ਕਿਡਨੀ ਵੀ ਖਰਾਬ ਹੋ ਸਕਦੀ ਹੈਗੀ, ਸਾਡੇ ਹੋਰ ਵੀ ਤਰ੍ਹਾਂ ਦੀ ਪ੍ਰੋਬਲਮਸ ਆ ਸਕਦੀਆਂ ਨੇ, ਜਿਹਦੇ ਵਿੱਚ ਅੱਖਾਂ ਦਾ ਆਪਰੇਸ਼ਨ ਕਰਾਉਣਾ ਪੈ ਸਕਦਾ ਹੈਗਾ, ਪੈਰਾਂ। ਸੋ ਕਿਹੋ ਜਿਹੀਆਂ ਐਸੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਇਸ ਬਿਮਾਰੀ ਦੇ ਮਰੀਜ਼ ਕਰ ਦਿੰਦੀ? ਆਪਾਂ ਬਿਲਕੁਲ ਹੀ ਹੁਣ ਕੱਚਾ ਸਲਾਦ ਨਹੀਂ ਖਾਂਦੇ, ਕੱਚਾ ਫਰੂਟਸ ਨਹੀਂ ਖਾਂਦੇ ਹੈਗੇ ਆ, ਸਿਰਫ ਖਾਣਾ ਕੁੱਕ ਕਰਕੇ ਖਾਂਦੇ ਆ। ਐਂਡ ਇਸ ਤੋਂ ਇਲਾਵਾ ਜਿਹੜੀ ਸਾਡੀ ਖਾਣ ਪੀਣ ਦੀ, ਪਾਣੀ ਪੀਣ ਦੀ, ਉੱਠਣ ਸੌਣ ਦੀ ਜਿਹੜੀ ਆਦਤਾਂ ਨੇ, ਇਸ ਦਾ ਵੀ ਡਾਇਬੀਟੀਜ਼ ਦੇ ਨਾਲ ਕਨੈਕਸ਼ਨ ਹੈਗਾ। ਜੇ ਆਪਾਂ ਟਾਈਮ ਸਿਰ ਨਾ ਸੋਈਏ, ਟਾਈਮ ਸਿਰ ਨਾ ਉੱਠੀਏ, ਪਾਣੀ ਪ੍ਰੋਪਰਲੀ ਨਾ ਪੀਈਏ, ਇਹਦਾ ਵੀ ਇਫੈਕਟ ਪੈਂਦਾ। ਤੁਹਾਨੂੰ ਲੱਗਦਾ ਵੀ ਖੰਡ ਹੀ ਸਿਰਫ ਜਿਹੜੀ ਇੱਕ ਐਸਾ ਕਾਰਨ ਹੈ ਜਿਹਦੇ ਨਾਲ ਸ਼ੂਗਰ ਹੁੰਦੀ ਹੈ, ਤੇ ਜਾਂ ਫਿਰ ਆਪਣਾ ਲਾਈਫਸਟਾਈਲ ਖਰਾਬ ਕੀਤਾ ਕਿਵੇਂ ਆ? ਸਾਡਾ ਪੈਨਕ੍ਰੀਆਸ ਧੀਰੇ ਧੀਰੇ ਵੀਕ ਹੋ ਜਾਂਦਾ ਹੈਗਾ, ਲੀਵਰ ਵੀਕ ਹੋ ਜਾਂਦਾ ਹੈ, ਇਨਸੂਲਿਨ ਦੀ ਪ੍ਰੋਡਕਸ਼ਨ ਖਰਾਬ ਹੋ ਜਾਂਦੀ ਹੈਗੀ, ਇਹ ਯੂਟਿਲਾਈਜੇਸ਼ਨ ਖਰਾਬ ਹੋ ਜਾਂਦੀ ਹੈ। ਤੋ ਇਸ ਕਰਕੇ ਇਹ ਪ੍ਰੋਬਲਮਸ ਆ ਜਾਂਦੀਆਂ ਨੇ। ਮੇਰੇ ਇੱਕ ਪੇਸ਼ੈਂਟ ਸੀਗੇ, ਪੰਜਾਬ ਵਿੱਚ ਰਹਿੰਦੇ ਸੀਗੇ, 60 ਸਾਲ ਦੀ ਉਹਨਾਂ ਦੀ ਉਮਰ ਸੀਗੀ, 400 ਤੋਂ ਉੱਤੇ ਉਹਨਾਂ ਦਾ ਸ਼ੂਗਰ ਪਹੁੰਚ ਗਿਆ ਸੀਗਾ। ਜਦ ਮੇਰੇ ਤੋਂ ਉਹਨਾਂ ਨੇ ਇਲਾਜ ਕਰਵਾਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 500 ਤੋਂ ਲੈ ਕੇ 1000 ਗ੍ਰਾਮ ਤੱਕ ਲਗਭਗ ਇੱਕ ਮਹੀਨੇ ਵਿੱਚ ਉਹਨਾਂ ਦੀ ਡਾਇਬੀਟੀਜ਼ ਠੀਕ ਹੋ ਗਈ। ਤੇ ਅੱਜ 1 ਸਾਲ ਬਾਅਦ ਉਹਨਾਂ ਨੂੰ, ਮੈਨੂੰ ਪਿਛਲੇ ਹਫਤੇ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਸਾਲ ਹੋ ਚੁੱਕਿਆ, ਅਜੇ ਤੱਕ ਡਾਇਬੀਟੀਜ਼ ਮੈਨੂੰ ਦੁਬਾਰਾ ਨਹੀਂ ਹੋਈ ਹੈ, ਮੈਂ ਬਿਲਕੁਲ ਠੀਕ ਹਾਂ। ਇਸ ਤੋਂ ਇਲਾਵਾ ਇੱਕ ਵੱਡਾ ਕਾਰਨ ਜਿਹੜਾ ਹੈਗਾ ਕਿ ਅੱਜ ਕੱਲ੍ਹ ਜਿਹੜੇ ਬੱਚੇ ਨੇ ਉਹਨਾਂ ਨੂੰ ਮਾਂ ਦੁੱਧ ਨਹੀਂ ਪਿਲਾਉਂਦੀ ਆਪਣਾ, ਬਲਕਿ ਉਹਨਾਂ ਨੂੰ ਇਨਫੈਂਟ ਫਾਰਮੂਲਾ ਕਮਰਸ਼ੀਅਲ ਮਿਲਕ ਤੇ ਪਾ ਦਿੱਤਾ ਜਾਂਦਾ ਹੈਗਾ, ਜਿਹਦੇ ਵਿੱਚ ਸੈਰਲੈਕ, ਹੌਰਲਿਕਸ, ਕੰਪਲੈਨ, ਇਹ ਸਭ ਚੀਜ਼ਾਂ ਪਾਈਆਂ ਜਾਂਦੀਆਂ ਨੇ। ਇਹ ਐਡਵਰਟਾਈਜ਼ਮੈਂਟ ਕੰਪਨੀਆਂ ਕਹਿੰਦੀਆਂ ਨੇ ਕਿ ਤੁਹਾਡੀ ਬੂਸਟ ਇਜ਼ ਦ ਸੀਕ੍ਰੇਟ ਆਫ ਮਾਈ એનર્ਜੀ ਜਾਂ ਕੰਪਲੈਨ ਪੀਓ ਤੇ ਹਾਈਟ ਵਧੇਗੀ। ਅਸਲ ਵਿੱਚ ਇਹ ਤੁਹਾਨੂੰ ਬਿਮਾਰ ਕਰਦੇ ਨੇ। ਜੰਮਦੇ ਬੱਚੇ ਨੂੰ ਕੋਈ 2 ਮਹੀਨੇ ਬਾਅਦ ਆ, ਕੋਈ ਸਾਲ ਦੇ ਵਿੱਚ ਅੰਡਰ ਉਹ ਲਵਾ ਦਿੱਤੀਆਂ ਜਾਂਦੀਆਂ। ਉਹੀ ਗਰੁੱਪ ਹੈ, ਉਹੀ ਬੱਚੇ ਨੇ ਜਿਹੜੇ ਸਭ ਤੋਂ ਜ਼ਿਆਦਾ ਬਿਮਾਰ ਪੈਂਦੇ ਨੇ, ਸਭ ਤੋਂ ਜ਼ਿਆਦਾ ਹਸਪੀਟਲ ਤੇ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਹੁਣ ਇਹ ਕਹਿ ਦਿੱਤਾ ਜਾਂਦਾ ਵੀ ਜਿਹੜੀ ਬਿਮਾਰੀ ਇੱਕ ਵਾਰੀ ਹੋ ਗਈ ਹੈ ਉਹ ਕਦੇ ਵੀ ਠੀਕ ਨਹੀਂ ਹੋ ਸਕਦੀ। ਤੁਹਾਡਾ ਕੀ ਮੰਨਣਾ ਹੈ? ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਬਿਲਕੁਲ ਨਵਾਂ ਨਕੋਰ ਸ਼ੋਅ, ਜਿਹਦਾ ਨਾਮ ਹੈ ਜੀ ਹੈਲਥ ਸ਼ੋਅ। ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਗਏ ਹਾਂ, ਜਿਸ ਦੀ ਪਹਿਲੀ ਕਿਸ਼ਤ ਅੱਜ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ। ਜਿਵੇਂ ਕਿ ਜਾਣਦੇ ਹੋ, ਆਪਣੀ ਹੈਲਥ ਦੇ ਨਾਲ, ਯਾਨੀ ਕਿ ਮਨੁੱਖ ਦੇ ਸਰੀਰ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਐਸੀਆਂ ਸੀਕ੍ਰੇਟਸ ਨੇ, ਜਾਂ ਫਿਰ ਇਹ ਕਹਿ ਲਈਏ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ, ਜਾਂ ਫਿਰ ਆਮ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ, ਜਾਂ ਫਿਰ ਅਸੀਂ ਸਮਝਦੇ ਨਹੀਂ, ਜਿਸ ਦੇ ਨਾ ਹੋਣ ਕਾਰਨ ਸਾਡੀ ਜਿਹੜੀ ਬਾਡੀ ਹੈ, ਸਾਡਾ ਸਰੀਰ ਹੈ, ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਘਿਰ ਜਾਂਦਾ, ਜਿਹਦੇ ਵਿੱਚ ਮੋਟਾਪਾ, ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਫਿਰ ਹੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ। ਸੋ ਹੈਲਥ ਸ਼ੋਅ ਦਾ ਮਕਸਦ ਹੋਇਆ ਕਰੇਗਾ ਆਪ ਜੀ ਨੂੰ ਅਵੇਅਰ ਕਰਨਾ, ਐਸੀਆਂ ਐਡਵਾਈਸ, ਐਸੀਆਂ ਸਲਾਹਾਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਠੇਠ ਪੰਜਾਬੀ ਦੇ ਵਿੱਚ, ਜਿਹਦੇ ਨਾਲ ਤੁਸੀਂ ਆਪਣਾ ਸਰੀਰ ਨਿਰੋਗ ਰੱਖ ਸਕੋਗੇ। ਸਰੀਰ ਹੀ ਨਹੀਂ, ਮਾਨਸਿਕ ਤੌਰ ਦੇ ਉੱਤੇ ਵੀ ਤੁਸੀਂ ਨਿਰੋਗ ਹੋ ਸਕੋਗੇ। ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਸਭ ਤੋਂ ਪਹਿਲਾਂ ਡਾਇਬੀਟੀਜ਼ ਦੀ, ਯਾਨੀ ਕਿ ਸ਼ੂਗਰ ਇੱਕ ਐਸੀ ਬਿਮਾਰੀ ਹੈ ਜਿਹੜੀ ਘਰ ਘਰ ਦੇ ਵਿੱਚ ਘਰ ਚੁੱਕੀ ਹੈ। ਅੱਜ ਬੱਚਿਆਂ ਨੂੰ ਵੀ ਇਸ ਬਿਮਾਰੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ, ਤੇ ਜਿਸ ਦੇ ਨਾਲ ਨੁਕਸਾਨ ਅਸੀਂ ਆਪਣਿਆਂ ਨੂੰ ਗਵਾ ਰਹੇ ਹਾਂ, ਉਹਨਾਂ ਦੀਆਂ ਜਾਨਾਂ ਜਾ ਰਹੀਆਂ। ਤੇ ਜੇਕਰ ਅਸੀਂ ਉਸ ਦੇ ਕਾਰਨ ਜਾਣਨੇ ਹੋਣ ਜਾਂ ਪਤਾ ਕਰਨਾ ਹੋਵੇ ਕਿ ਸ਼ੂਗਰ ਹੁੰਦੀ ਕਿਉਂ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ। ਬਸ ਇੰਨਾ ਪਤਾ ਹੁੰਦਾ ਕਿ ਸ਼ੂਗਰ ਹੋ ਗਈ ਹੈ, ਹੁਣ ਦਵਾਈਆਂ ਦੇ ਉੱਤੇ ਸਰੀਰ ਨੂੰ ਲਾ ਦਿੱਤਾ ਜਾਂਦਾ ਹੈ ਡਾਕਟਰਾਂ ਵੱਲੋਂ, ਤੇ ਅਖੀਰ ਇੱਕ ਦਿਨ ਆਉਂਦਾ ਹੈ ਜਦੋਂ ਅਖੀਰਲਾ ਦਿਨ ਉਸ ਇਨਸਾਨ ਦਾ ਹੁੰਦਾ ਹੈ। ਸੋ ਇਸ ਤਰ੍ਹਾਂ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਸੋ ਅੱਜ ਅਸੀਂ ਗੱਲ ਕਰਨੀ ਹੈ ਸ਼ੂਗਰ ਦੇ ਬਾਰੇ, ਤੇ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਮਿੱਤਰ ਕਮਲਪ੍ਰੀਤ ਸਿੰਘ, ਜੋ ਹੈਲਥ ਐਕਸਪਰਟ ਨੇ, ਕੈਨੇਡਾ ਦੀ ਧਰਤੀ ਤੇ ਰਹਿੰਦੇ ਨੇ, ਜੋ ਹਮੇਸ਼ਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ ਕਰਨਗੇ। ਅੱਜ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਇਸ ਬਿਮਾਰੀ ਦੇ ਬਾਰੇ, ਹੁੰਦੀ ਕਿਉਂ ਹੈ, ਕੀ ਕਰਨਾ ਚਾਹੀਦਾ, ਜੇਕਰ ਹੋ ਜਾਵੇ ਇਲਾਜ ਹੋ ਸਕਦਾ ਜਾਂ ਨਹੀਂ। ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ। ਪਰ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਰਦੇ ਹਾਂ ਅੱਜ ਦੇ ਹੈਲਥ ਸ਼ੋਅ ਦੇ ਵਿੱਚ, ਫਿਰ ਗੱਲਬਾਤ ਕਰਦੇ ਹਾਂ। ਕਮਲਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਕਰਦੇ ਹਾਂ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਟੁਡੇ। ਬਹੁਤ ਧੰਨਵਾਦ, ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢਿਆ। ਤੇ ਅੱਜ ਆਪਾਂ ਸ਼ੁਰੂਆਤ ਕਰੀਏ ਸ਼ੂਗਰ ਦੀ ਬਿਮਾਰੀ ਤੋਂ। ਮੈਂ ਚਾਹੁੰਦਾ ਕਿ ਆਪਾਂ ਇਹ ਦੱਸੀਏ ਵੀ ਇਹ ਬਿਮਾਰੀ ਹੁੰਦੀ ਕਿਉਂ ਹੈ, ਮਤਲਬ ਕਿਹੜੇ ਕਾਰਨ ਐਸੇ ਰਹਿੰਦੇ ਆ ਵੀ ਅਸੀਂ ਸ਼ੂਗਰ ਦੀ ਬਿਮਾਰੀ ਦੇ ਮਰੀਜ਼ ਹੋ ਜਾਂਦੇ ਆ। ਸਭ ਤੋਂ ਪਹਿਲਾਂ ਇਹਦੇ ਉੱਤੇ ਗੱਲ ਕਰੀਏ। ਰਾਈਟ, ਸ਼ੂਗਰ ਕਿਉਂ ਹੁੰਦੀ ਹੈ ਉਸ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਏਗਾ ਸ਼ੂਗਰ ਕੀ ਹੁੰਦੀ ਹੈਗੀ ਹੈ। ਦਰਅਸਲ ਅਸੀਂ ਜਿਵੇਂ ਇਸ ਤਰ੍ਹਾਂ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ, ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ,
ਹੋਰ ਆਪਾਂ ਦਿਨ ਵਿੱਚ ਜੋ ਕੰਮਕਾਜ ਕਰਦੇ ਹਾਂ ਉਹ ਸਾਡੀ એનર્ਜੀ ਨਾਲ ਹੁੰਦੀ ਹੈ। ਜੀ એનર્ਜੀ ਯਾਨੀ ਊਰਜਾ। ਇਹ ਊਰਜਾ ਸਾਨੂੰ ਕਿੱਥੋਂ ਮਿਲਦੀ ਹੈ? ਜਿਹੜਾ ਆਪਾਂ ਖਾਣਾ ਖਾਂਦੇ ਹਾਂ ਉਹ ਸ਼ੂਗਰ ਵਿੱਚ ਕਨਵਰਟ ਹੋ ਕੇ એનર્ਜੀ ਦੇ ਮੋਲੀਕਿਊਲਸ ਫਾਰਮ ਕਰਕੇ ਬਾਡੀ ਨੂੰ એનર્ਜੀ ਸਪਲਾਈ ਕਰਦਾ ਹੈਗਾ। ਤਾਂ ਜੀ ਸ਼ੂਗਰ ਜਿਹੜੀ ਹੈਗੀ ਉਹ ਸਾਡੀ ਬਾਡੀ ਦੀ એનર્ਜੀ ਵਾਸਤੇ ਜ਼ਰੂਰੀ ਹੈ। ਸੋ ਦੈਟ ਮੀਨਸ ਕਿ ਸ਼ੂਗਰ ਸਾਰਿਆਂ ਦੀ ਬਾਡੀ ਵਿੱਚ ਹੈਗਾ, ਤੁਹਾਡੀ ਬਾਡੀ ਵਿੱਚ ਵੀ, ਮੇਰੀ ਬਾਡੀ ਵਿੱਚ ਵੀ। ਜੀ ਬਟ ਜਦ ਸ਼ੂਗਰ ਇੱਕ ਲੈਵਲ ਤੋਂ ਉੱਤੇ ਚਲੇ ਜਾਂਦਾ ਹੈ, ਇੱਕ ਰੇਂਜ ਤੋਂ ਉੱਤੇ ਚਲੇ ਜਾਂਦਾ ਹੈ, ਉਹ ਇੱਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਜਿਹਨੂੰ ਡਾਇਬੀਟੀਜ਼ ਕਿਹਾ ਜਾਂਦਾ ਹੈਗਾ। ਡਾਇਬੀਟੀਜ਼ ਵਿੱਚ ਕੀ ਹੁੰਦਾ ਹੈਗਾ ਕਿ ਜਦ ਸ਼ੂਗਰ ਬਲੱਡ ਵਿੱਚ ਇੱਕ ਲੈਵਲ ਤੋਂ ਉੱਤੇ ਚਲੀ ਜਾਏ ਤਾਂ ਕੰਪਲਿਕੇਸ਼ਨਸ ਆਉਣ ਲੱਗ ਪੈਂਦੀਆਂ ਨੇ, ਸਾਈਨਸ ਐਂਡ ਸਿੰਪਟਮਸ ਆਉਂਦੇ ਨੇ, ਜਿਵੇਂ ਕਿ ਅੱਖਾਂ ਦੇ ਵਿੱਚ ਧੁੰਦਲਾਪਨ ਛਾ ਜਾਣਾ, ਪਿਸ਼ਾਬ ਬਾਰ-ਬਾਰ ਆਉਣਾ, ਪਿਆਸ ਲੱਗਣੀ ਬਾਰ-ਬਾਰ। ਇਸ ਤੋਂ ਇਲਾਵਾ ਕਮਜ਼ੋਰੀ ਮਹਿਸੂਸ ਹੋਣਾ, ਅਚਾਨਕ weight ਗਿਰ ਜਾਣਾ ਜਾਂ weight ਵੱਧ ਜਾਣਾ, ਇਸ ਤਰ੍ਹਾਂ ਦੇ ਲੱਛਣ ਆਉਂਦੇ ਨੇ ਸ਼ਾਰਟ ਟਰਮ ਵਿੱਚ। ਤੇ ਜੇ ਇਸ ਬਿਮਾਰੀ ਨੂੰ ਤਰੀਕੇ ਨਾਲ ਇਲਾਜ ਨਾ ਕਰਵਾਇਆ ਜਾਏ ਤੇ ਅੱਗੇ ਜਾ ਕੇ ਇਹਦੇ ਨਾਲ ਕਿਡਨੀ ਵੀ ਖਰਾਬ ਹੋ ਸਕਦੀ ਹੈਗੀ, ਸਾਡੇ ਹੋਰ ਵੀ ਤਰ੍ਹਾਂ ਦੀ ਪ੍ਰੋਬਲਮਸ ਆ ਸਕਦੀਆਂ ਨੇ, ਜਿਹਦੇ ਵਿੱਚ ਅੱਖਾਂ ਦਾ ਆਪਰੇਸ਼ਨ ਕਰਾਉਣਾ ਪੈ ਸਕਦਾ ਹੈਗਾ, ਪੈਰਾਂ ਵਿੱਚ ਗੈਂਗਰੀਨ ਹੋ ਸਕਦੀ ਹੈਗੀ ਹੈ, ਕਈਆਂ ਦੇ ਲੱਤ ਕੱਟਣੀ ਪੈਂਦੀ ਹੈਗੀ ਡਾਇਬੀਟੀਜ਼ ਕਰਕੇ। ਤਾਂ ਇਹ ਸਾਰੀ ਕੰਪਲਿਕੇਸ਼ਨਸ ਆ ਸਕਦੀਆਂ ਨੇ। ਤਾਂ ਹੁਣ ਇਹ ਹੁੰਦੀ ਕਿਉਂ ਹੈ? ਇਹਦਾ ਕਾਰਨ ਇਹ ਹੈਗਾ ਕਿ ਅੱਜ ਕੱਲ੍ਹ ਜਿਸ ਪ੍ਰਕਾਰ ਸਾਡਾ ਲਾਈਫ ਸਟਾਈਲ ਬਣ ਚੁੱਕਿਆ ਹੈਗਾ, ਉਸ ਲਾਈਫ ਸਟਾਈਲ ਵਿੱਚ ਜਿਸ ਤਰ੍ਹਾਂ ਦਾ ਆਪਾਂ ਭੋਜਨ ਖਾ ਰਹੇ ਹਾਂ, ਉਹ ਭੋਜਨ ਜਿਹੜਾ ਹੈਗਾ ਬਾਡੀ ਵਿੱਚ ਟੌਕਸਿਸਿਟੀ ਕ੍ਰੀਏਟ ਕਰਦਾ ਹੈਗਾ। ਬਾਡੀ ਵਿੱਚ ਵਿਸ਼ੈਲੇ ਪਦਾਰਥ ਇਕੱਠੇ ਹੋ ਜਾਂਦੇ ਹੈ ਤੇ ਜਿਸ ਏਰੀਆ ਵਿੱਚ ਜਾਂਦੇ ਹੈਗੇ ਉੱਥੇ ਦੀ ਬਿਮਾਰੀ ਕਰਦੇ ਹੈ। ਜੇ ਪੈਨਕ੍ਰੀਆਸ ਵਿੱਚ ਜਾਣਗੇ ਤੇ ਪੈਨਕ੍ਰੀਆਸ ਵਿੱਚ ਇਨਸੂਲਿਨ ਦਾ ਪ੍ਰੋਡਕਸ਼ਨ ਖਰਾਬ ਕਰਨਗੇ, ਜਾਂ ਇਨਸੂਲਿਨ ਜਿਹੜਾ ਹੈਗਾ ਉਹ ਪ੍ਰੋਡਿਊਸ ਹੋਏਗਾ ਬਟ ਉਹਨੂੰ ਸ਼ੂਗਰ ਨੂੰ ਯੂਟਿਲਾਈਜ਼ ਤੇ ਪ੍ਰੋਪਰਲੀ ਮੈਟਾਬੋਲਾਈਜ਼ ਨਹੀਂ ਕਰ ਪਾਏਗਾ, ਐਂਡ ਐਜ਼ ਅ ਰਿਜ਼ਲਟ ਕੀ ਹੋਏਗਾ ਕਿ ਬਾਡੀ ਦੇ ਬਲੱਡ ਵਿੱਚ ਸ਼ੂਗਰ ਦੀ ਮਾਤਰਾ ਵਧਣ ਲੱਗ ਪਏਗੀ। ਤੋ ਇਹ ਹੁੰਦਾ ਹੈ ਸ਼ੂਗਰ ਦਾ ਕਾਰਨ। ਤੇ ਜੇ ਆਪਾਂ ਆਪਣਾ ਲਾਈਫ ਸਟਾਈਲ ਸੁਧਾਰ ਲਈਏ ਤੇ ਆਪਾਂ ਡਾਇਬੀਟੀਜ਼ ਤੋਂ ਮੁਕਤੀ ਪਾ ਸਕਦੇ ਹਾਂ। ਠੀਕ ਹੈ, ਠੀਕ ਹੈ। ਮਤਲਬ ਕਹਿਣ ਦਾ ਕਿ ਸ਼ੂਗਰ ਹੁੰਦੀ ਕੀ ਹੈ ਉਹ ਵੀ ਤੁਸੀਂ ਦੱਸ ਦਿੱਤਾ ਕਿ ਕਿਉਂ ਹੁੰਦੀ ਹੈ। ਅੱਜ ਦਾ ਸਾਡਾ ਲਾਈਫ ਸਟਾਈਲ ਜਿਹੜਾ ਇਹੋ ਜਿਹਾ ਹੋ ਚੁੱਕਿਆ ਜਿਹਦੇ ਕਰਕੇ ਸ਼ੂਗਰ ਦੀ ਬਿਮਾਰੀ ਦੇ ਅਸੀਂ ਮਰੀਜ਼ ਹੋ ਜਾਂਦੇ ਹਾਂ। ਸੋ ਜੇ ਹੁਣ ਕੰਪੈਰੀਜ਼ਨ ਕਰੀਏ ਪਿਛਲੇ ਸਮੇਂ ਦੇ ਨਾਲ ਕਿ ਪਹਿਲਾਂ ਸ਼ੂਗਰ ਵਰਗੀ BP ਵਰਗੀਆਂ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਸੀ, ਸੋ ਕਿਸ ਤਰ੍ਹਾਂ ਦਾ ਖਾਣਾ, ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੈਗਾ ਅੱਜ ਦੇ ਲੋਕਾਂ ਦਾ ਜੋ ਇਸ ਬਿਮਾਰੀ ਨੂੰ ਸਰੀਰ ਦੇ ਵਿੱਚ ਪੈਦਾ ਕਰ ਦਿੰਦਾ ਹੈ? ਕੀ ਸਮਝਦੇ ਹੋ ਤੁਸੀਂ? ਮਤਲਬ ਕਿ ਆਮ ਹੁਣ ਆਪਾਂ ਇਹ ਤਾਂ ਦੱਸ ਰਹੇ ਹਾਂ ਕਿ ਅੱਜ ਦਾ ਲਾਈਫ ਸਟਾਈਲ, ਅੱਜ ਦਾ ਖਾਣਾ ਪੀਣਾ ਸਾਡਾ ਸਹੀ ਨਹੀਂ ਹੈਗਾ। ਸੋ ਕਿਹੋ ਜਿਹੀਆਂ ਐਸੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਇਸ ਬਿਮਾਰੀ ਦੇ ਮਰੀਜ਼ ਕਰ ਦਿੰਦੀਆਂ? ਹਾਂਜੀ, ਕਾਫੀ ਸਾਰੀ ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਰॉ ਫੂਡ ਨਾ ਖਾਣਾ ਇੱਕ ਹੈਗੀ। ਆਪਾਂ ਬਿਲਕੁਲ ਹੀ ਹੁਣ ਕੱਚਾ ਸਲਾਦ ਨਹੀਂ ਖਾਂਦੇ, ਕੱਚਾ ਫਰੂਟਸ ਨਹੀਂ ਖਾਂਦੇ ਹੈਗੇ ਆ, ਸਿਰਫ ਖਾਣਾ ਕੁੱਕ ਕਰਕੇ ਖਾਂਦੇ ਆ। ਔਰ ਜਿਹੜਾ ਕੁੱਕ ਕਰਕੇ ਵੀ ਖਾਂਦੇ ਆ ਉਹ ਵੀ ਜਿਹੜੇ ਆਇਲਸ ਆਪਾਂ ਯੂਜ਼ ਕਰਦੇ ਹਾਂ ਉਹ ਇੰਨੇ ਰਿਫਾਈਨਡ, ਡਬਲ ਰਿਫਾਈਨਡ ਹੁੰਦੇ ਆ ਜਿਹਦੇ ਕਰਕੇ ਸਾਡੇ ਸਰੀਰ ਵਿੱਚ ਕਿਤੇ ਨਾ ਕਿਤੇ ਮੈਲ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਸਾਈਡਸ ਦੈਟ ਆਪਾਂ ਦੇਖੀਏ ਤੇ ਆਪਾਂ ਪ੍ਰੋਸੈਸਡ ਐਂਡ ਪੈਕੇਜ ਫੂਡ ਇੰਨਾ ਜ਼ਿਆਦਾ ਖਾ ਰਹੇ ਹਾਂ, ਜਿਵੇਂ ਚਿਪਸ, ਬਰਗਰਸ, ਪੈਟੀਜ਼, ਨੂਡਲਸ, ਜਿਹੜੀ ਸਾਡੀ ਬਾਡੀ ਵਿੱਚ ਜਾ ਕੇ ਚਿਪਕ ਜਾਂਦੀ ਹੈ ਆਂਤਾਂ ਵਿੱਚ ਚਿਪਕਦੀ ਹੈ ਤੇ ਐਜ਼ ਦਾ ਰਿਜ਼ਲਟ ਸਾਡੀ ਬਾਡੀ ਵਿੱਚ ਟੌਕਸਿਸਿਟੀ ਕ੍ਰੀਏਟ ਕਰਦੀ ਹੈ। ਉਹ ਟੌਕਸਿਸਿਟੀ ਜਿਹੜੀ ਹੈ ਲੰਬੇ ਟਾਈਮ ਵਿੱਚ ਇਕੱਠੀ ਹੁੰਦੇ ਸਾਡੇ ਕਿਸੇ ਨਾ ਕਿਸੇ ਆਰਗਨ ਨੂੰ ਡੈਮੇਜ ਕਰਦੀ ਹੈ। ਐਂਡ ਡਾਇਬੀਟੀਜ਼ ਦੇ ਕੇਸ ਵਿੱਚ ਉਹ ਸਾਡਾ ਪੈਨਕ੍ਰੀਆਸ ਹੁੰਦਾ ਹੈ, ਸਾਡਾ ਲੀਵਰ ਹੁੰਦਾ ਹੈਗਾ। ਤੋਂ ਉੱਥੋਂ ਫਿਰ ਇਹ ਇਨਸੂਲਿਨ ਦੀ ਪ੍ਰੋਡਕਸ਼ਨ ਜਾਂ ਫਿਰ ਯੂਟਿਲਾਈਜੇਸ਼ਨ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਬਿਸਾਈਡਸ ਦੈਟ ਜਿਹੜਾ ਆਪਾਂ ਨਾਨ ਵੈਜੀਟੇਰੀਅਨ ਫੂਡ ਖਾਂਦੇ ਹਾਂ, ਇਸ ਤੋਂ ਇਲਾਵਾ ਜਿਹੜਾ ਡੇਅਰੀ ਪ੍ਰੋਡਕਟਸ ਅੱਜ ਦੀ ਡੇਟ ਵਿੱਚ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਸਿਹਤ ਨੂੰ ਖਰਾਬ ਕਰਨ ਵਾਲੇ ਹੈਗੇ। ਇਹਨਾਂ ਵਿੱਚ ਇੰਜੈਕਸ਼ਨਸ ਲਗਾਏ ਜਾਂਦੇ ਆ, ਹੋਰ ਮਿਲਾਵਟ ਹੁੰਦੀ ਹੈ ਜਿਹੜੀ ਬਾਡੀ ਨੂੰ ਅੰਦਰੋਂ ਖਰਾਬ ਕਰਦੀ ਹੈ। ਆਪਾਂ ਨੂੰ ਮਾਈਂਡ ਵਿੱਚ ਪਾਇਆ ਜਾਂਦਾ ਹੈ ਕਿ ਹਾਂ ਵੀ ਕੈਲਸ਼ੀਅਮ ਵਾਸਤੇ ਜ਼ਰੂਰੀ ਹੈ, ਬੋਨ ਸਟਰੋਂਗ ਵਾਸਤੇ ਜ਼ਰੂਰੀ ਹੈਗਾ, ਪਰ ਅਸਲ ਵਿੱਚ ਉਹ ਅੰਦਰ ਜਾ ਕੇ ਸਾਨੂੰ ਬਿਮਾਰ ਕਰ ਰਿਹਾ ਹੈਗਾ, ਸਾਨੂੰ ਸਟਰੋਂਗ ਨਹੀਂ ਬਣਾ ਰਿਹਾ ਹੈਗਾ। ਐਂਡ ਇਸ ਤੋਂ ਇਲਾਵਾ ਜਿਹੜੀ ਸਾਡੀ ਖਾਣ ਪੀਣ ਦੀ, ਪਾਣੀ ਪੀਣ ਦੀ, ਉੱਠਣ ਸੌਣ ਦੀ ਜਿਹੜੀ ਆਦਤਾਂ ਨੇ, ਇਸ ਦਾ ਵੀ ਡਾਇਬੀਟੀਜ਼ ਦੇ ਨਾਲ ਕਨੈਕਸ਼ਨ ਹੈਗਾ। ਜੇ ਆਪਾਂ ਟਾਈਮ ਸਿਰ ਨਾ ਸੋਈਏ, ਟਾਈਮ ਸਿਰ ਨਾ ਉੱਠੀਏ, ਪਾਣੀ ਪ੍ਰੋਪਰਲੀ ਨਾ ਪੀਈਏ, ਇਹਦਾ ਵੀ ਇਫੈਕਟ ਪੈਂਦਾ ਹੈ। ਅੱਛਾ, ਕੀ ਬਾਤਾਂ ਨੇ, ਕੀ ਬਾਤਾਂ। ਮਤਲਬ ਹਰ ਚੀਜ਼ ਆਪਾਂ ਨੂੰ ਸੁਧਾਰਨੀ ਪੈਣੀ ਹੈ ਜੇਕਰ ਇਸ ਬਿਮਾਰੀ ਤੋਂ ਬਚੇ ਰਹਿਣਾ। ਤੇ ਜਿਵੇਂ ਅੱਜ ਲਾਈਫ ਸਟਾਈਲ ਦੀ ਤੁਸੀਂ ਗੱਲ ਕੀਤੀ ਹੈ ਤਾਂ ਪੰਜਾਬ ਯਾਨੀ ਕਿ ਪੰਜਾਬੀ ਜਿਹੜੇ ਨੇ ਅੱਜ ਦੁਨੀਆ ਭਰ ਦੇ ਵਿੱਚ ਹੈਗੇ ਆ, ਜਿਹੜਾ ਸਾਡਾ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਆ, ਸੋ ਘਰ ਘਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਆ ਚੁੱਕੀਆਂ। ਕੋਈ ਟੈਬਲੇਟਸ ਦੇ ਉੱਤੇ ਲੱਗਾ ਹੋਇਆ, ਕਿਸੇ ਨੂੰ ਇੰਜੈਕਸ਼ਨ ਜਿਹੜੇ ਆ ਨਿੱਤ ਦਿਨ ਲੱਗਦੇ ਨੇ। ਸੋ ਸ਼ੂਗਰ ਦੇ ਨਾਲ ਫਿਰ ਅਗਲੀਆਂ ਬਿਮਾਰੀਆਂ ਜਿਵੇਂ ਤੁਸੀਂ ਦੱਸੀਆਂ ਉਹ ਵੀ ਉਹਨਾਂ ਨੂੰ ਲੱਗ ਚੁੱਕੀਆਂ। ਫਿਰ ਹੋਰ ਦਵਾਈਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ, ਹੋਰ ਟੀਕੇ ਸ਼ੁਰੂ ਹੋ ਜਾਂਦੇ ਆ। ਸੋ ਉਹਦੇ ਨਾਲ ਫਿਰ ਹੋਰ ਬਿਮਾਰੀਆਂ, ਮਤਲਬ ਇੱਕ ਬਿਮਾਰੀ ਤੋਂ ਸ਼ੁਰੂਆਤ ਹੁੰਦੀ ਹੈ ਤੇ ਉਹਦੇ ਨਾਲ ਫਿਰ ਸੈਂਕੜੇ ਬਿਮਾਰੀਆਂ ਜਿਹੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਸੋ ਅੱਜ ਲਾਈਫ ਸਟਾਈਲ ਖਰਾਬ ਹੋਣ ਦਾ ਕਾਰਨ ਵੀ ਮੈਂ ਤੁਹਾਡੇ ਕੋਲੋਂ ਹੀ ਜਾਣਨਾ ਚਾਹੁੰਦਾ ਕਿ ਆਪਾਂ ਪਹਿਲਾਂ ਤਾਂ ਨਹੀਂ ਸੀ ਇਹ ਗੱਲਾਂ ਸੁਣੀਆਂ ਕਿ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਲਾਈਫ ਸਟਾਈਲ ਸਾਡਾ ਖਰਾਬ ਹੋ ਗਿਆ ਹੋਵੇ। ਸੋ ਅੱਜ ਅਸੀਂ ਕਿਉਂ ਇਹ ਚੀਜ਼ਾਂ ਕਰ ਰਹੇ ਹਾਂ? ਆਮ ਤੌਰ ਤੇ ਜਦੋਂ ਇਹ ਹੁੰਦਾ ਨਾ ਵੀ ਕਿਸੇ ਨੂੰ ਪਤਾ ਲੱਗ ਜਾਏ ਵੀ ਆ ਸ਼ੂਗਰ ਹੋਈ ਆ, ਉਹ ਕਹਿੰਦਾ ਸ਼ੂਗਰ, ਖੰਡ ਯਾਨੀ ਕਿ ਉਹ ਬੰਦ ਕਰ ਦਿਓ, ਚੀਨੀ ਬੰਦ ਕਰ ਦਿਓ। ਸੋ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ 2-4 ਚੀਜ਼ਾਂ ਉਹ ਕਹਿੰਦੇ ਬੰਦ ਕਰ ਦਿਓ। ਤੁਹਾਨੂੰ ਲੱਗਦਾ ਵੀ ਖੰਡ ਹੀ ਸਿਰਫ ਜਿਹੜੀ ਇੱਕ ਐਸਾ ਕਾਰਨ ਹੈ ਜਿਹਦੇ ਨਾਲ ਸ਼ੂਗਰ ਹੁੰਦੀ ਹੈ? ਤੇ ਜਾਂ ਫਿਰ ਆਪਣਾ ਲਾਈਫ ਸਟਾਈਲ ਖਰਾਬ ਕੀਤਾ ਕਿਵੇਂ ਆ ਜਿਹਦੇ ਨਾਲ ਇਹ ਸਾਰਾ ਕੁਝ ਜਿਹੜਾ ਹੈ ਉਤਪੰਨ ਹੋਇਆ, ਯਾਨੀ ਕਿ ਇਹਦੇ ਵਿੱਚ ਅਸੀਂ ਘਿਰ ਗਏ ਹਾਂ? ਹਾਂਜੀ,
ਡਾਇਬੀਟੀਜ਼ ਦੋ ਤਰ੍ਹਾਂ ਦੀ ਹੁੰਦੀ ਹੈ, ਡਾਇਬੀਟੀਜ਼ ਟਾਈਪ 1 ਹੁੰਦੀ ਹੈ, ਟਾਈਪ 2 ਹੁੰਦੀ ਹੈ। ਟਾਈਪ 1 ਜਿਹੜੀ ਹੈਗੀ ਉਹ ਬੱਚਿਆਂ ਵਿੱਚ ਹੁੰਦੀ ਹੈ, ਟਾਈਪ 2 ਜਿਹੜੇ ਵੱਡਿਆਂ ਵਿੱਚ ਹੁੰਦੀ ਹੈ। ਪਹਿਲੇ ਆਪਾਂ ਟਾਈਪ 2 ਦੀ ਗੱਲ ਕਰਦੇ ਹਾਂ। ਅੱਜ ਕੱਲ੍ਹ ਜਿਸ ਤਰ੍ਹਾਂ ਦਾ ਫਾਸਟ ਫੂਡ ਦਾ ਰਿਵਾਜ ਬਣਿਆ ਹੋਇਆ ਹੈ, ਜਲਦੀ ਜਲਦੀ ਸਭ ਕੁਝ ਕਰਨ ਦਾ ਰਿਵਾਜ ਬਣਿਆ ਹੋਇਆ ਹੈ, ਉਹਦੇ ਵਿੱਚ ਬੰਦਾ ਆਪਣੇ ਵਾਸਤੇ, ਆਪਣੀ ਬੋਡੀ ਦੇ ਵਾਸਤੇ ਕੇਅਰ ਨਹੀਂ ਕਰਦਾ। ਆਪਣੇ ਵਾਸਤੇ ਫਰੂਟਸ ਕੱਟਣੇ, ਆਪਣੇ ਵਾਸਤੇ ਸੈਲਡ ਕੱਟਣਾ, ਆਪਣੇ ਵਾਸਤੇ ਪ੍ਰੋਪਰਲੀ ਕੁੱਕ ਕਰਕੇ ਫੂਡ ਬਣਾਉਣਾ, ਚੰਗੀ ਚੀਜ਼ਾਂ ਲੈਣਾ, ਆਰਗੈਨਿਕ ਚੀਜ਼ਾਂ ਲੈਣਾ, ਉਸ 'ਤੇ ਧਿਆਨ ਨਹੀਂ ਦਿੰਦਾ। ਬਲਕਿ ਬੰਦਾ ਜਲਦੀ ਜਲਦੀ ਜੋ ਚੀਜ਼ ਮਿਲੇ ਉਹਨੂੰ ਖਾ ਲੈਂਦਾ ਹੈਗਾ। ਸੈਲਡ ਐਂਡ ਫਰੂਟਸ ਖਾਣ ਦਾ ਟਾਈਮ ਨਹੀਂ ਹੈਗਾ, ਜਲਦੀ ਤੋਂ ਦੁੱਧ ਪੀ ਕੇ ਚਲੋ ਚਲੇ ਗਏ। ਉਹ ਜਿਸ ਤਰ੍ਹਾਂ ਦਾ ਇੱਕ ਡੇਅਰੀ ਇੰਡਸਟਰੀ ਨੇ, ਫਾਸਟ ਫੂਡ ਇੰਡਸਟਰੀ ਨੇ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਹੈ, ਉਹਦੇ ਕਰਕੇ ਇਹ ਸਾਰੀ ਚੀਜ਼ਾਂ ਹੈਗੀਆਂ, ਪ੍ਰੋਬਲਮਸ ਆਉਂਦੀਆਂ ਨੇ। ਸਾਡਾ ਪੈਨਕ੍ਰੀਆਸ ਧੀਰੇ ਧੀਰੇ ਵੀਕ ਹੋ ਜਾਂਦਾ ਹੈਗਾ, ਲੀਵਰ ਵੀਕ ਹੋ ਜਾਂਦਾ ਹੈ, ਇਨਸੂਲਿਨ ਦੀ ਪ੍ਰੋਡਕਸ਼ਨ ਖਰਾਬ ਹੋ ਜਾਂਦੀ ਹੈਗੀ, ਇਹ ਯੂਟੀਲਾਈਜੇਸ਼ਨ ਖਰਾਬ ਹੋ ਜਾਂਦੀ ਹੈ। ਤੋ ਇਸ ਕਰਕੇ ਇਹ ਪ੍ਰੋਬਲਮਸ ਆ ਜਾਂਦੀਆਂ ਨੇ। ਹੁਣ ਇਹਦੇ ਵਿੱਚ ਆਪਾਂ ਇੱਕ ਬਹੁਤ ਵੱਡਾ ਭੁਲੇਖਾ ਹੈਗਾ ਕਿ ਹਾਂ ਆਪਾਂ ਚੀਨੀ ਛੱਡ ਦਾਂਗੇ ਤੇ ਦੈਟਸ ਇਨਫ। ਐਕਚੁਅਲੀ ਚੀਨੀ ਖਾਣ ਨਾਲ ਡਾਇਬੀਟੀਜ਼ ਨਹੀਂ ਹੁੰਦੀ ਹੈ। ਇਹਦੇ ਵਿੱਚ ਮੈਂ ਥੋੜਾ ਜਿਹਾ ਐਕਸਪਲੇਨ ਕਰ ਦਿੰਦਾ। ਬੇਸਿਕਲੀ ਕੀ ਹੁੰਦਾ ਹੈਗਾ, ਜਿਹੜੀ ਰਿਫਾਈਨਡ ਚੀਨੀ ਹੈਗੀ, ਜਿਹੜਾ ਰਿਫਾਈਨਡ ਮਿੱਠਾ ਹੈਗਾ, ਤੇ ਉਹ ਸਾਡੀ ਬਾਡੀ ਨੂੰ ਤਾਂ ਖਰਾਬ ਕਰਦਾ ਹੀ ਕਰਦਾ ਹੈਗਾ। ਲੇਕਿਨ ਉਸ ਤੋਂ ਇਲਾਵਾ ਜਿਹੜੇ ਨੂਡਲ, ਚਿਪਸ ਹੈਗੇ, ਬ੍ਰੈਡ ਹੈਗੀ, ਹੁਣ ਬ੍ਰੈਡ ਕੋਈ ਮਿੱਠੀ ਤੇ ਨਹੀਂ ਹੈਗੀ ਹੈ, ਲੇਕਿਨ ਬ੍ਰੈਡ ਖਾਣ ਨਾਲ ਵੀ ਸਾਡੀ ਡਾਇਬੀਟੀਜ਼ ਵਧੇਗੀ। ਕਿਉਂ? ਕਿਉਂਕਿ ਬ੍ਰੈਡ ਜਿਹੜੀ ਹੈ ਉਹ ਪ੍ਰੋਸੈਸਡ ਹੈਗੀ। ਇਸੇ ਤਰ੍ਹਾਂ ਅਗਰ ਆਪਾਂ ਕੁਰਕੁਰੇ ਜਾਂ ਚਿਪਸ, ਲੇਜ਼ ਵਗੈਰਾ ਖਾਵਾਂਗੇ, ਉਹ ਵੀ ਮਿੱਠੇ ਤਾਂ ਨਹੀਂ ਹੈਗੇ, ਪਰ ਉਹ ਪ੍ਰੋਸੈਸਡ ਨੇ। ਉਹ ਉਹਨਾਂ ਵਿੱਚ ਡਾਇਓਕਸਿਨ ਲਾਈਕ ਸਬਸਟੈਂਸਸ ਹੈਗੇ ਜਿਹੜੇ ਸਾਡੀ ਬਾਡੀ ਨੂੰ ਖਰਾਬ ਕਰਨਗੇ, ਤਾਂ ਉਹ ਡਾਇਬੀਟੀਜ਼ ਵਧਾਉਣਗੇ ਈਵਨ ਦੋ ਉਹ ਮਿੱਠੇ ਨਹੀਂ ਹੈਗੇ। ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਜੇ ਆਪਾਂ ਫਲ ਖਾਵਾਂਗੇ, ਜਿਵੇਂ ਅੰਬ ਖਾਵਾਂਗੇ, ਤਰਬੂਜ ਖਾਵਾਂਗੇ, ਕੇਲੇ ਖਾਵਾਂਗੇ, ਚੀਕੂ ਖਾਵਾਂਗੇ, ਇਹ ਮਿੱਠੇ ਤਾਂ ਹੈਗੇ ਲੇਕਿਨ ਇਹ ਸਾਰੀ ਡਾਇਬੀਟੀਜ਼ ਨੂੰ ਠੀਕ ਕਰਦੇ ਨੇ, ਇਹ ਡਾਇਬੀਟੀਜ਼ ਨੂੰ ਵਧਾਉਂਦੇ ਨਹੀਂ ਹੈਗੇ। ਆਮ ਕਰਕੇ ਤੁਹਾਨੂੰ ਡਾਕਟਰ ਕਹੇਗਾ ਕਿ ਬਈ ਡਾਇਬੀਟੀਜ਼ ਹੋ ਗਈ, ਹੁਣ ਤੁਸੀਂ ਅੰਬ ਨਹੀਂ ਖਾ ਸਕਦੇ, ਕੇਲਾ ਨਹੀਂ ਖਾ ਸਕਦੇ, ਚੀਕੂ ਨਹੀਂ ਖਾ ਸਕਦੇ। ਅਸੀਂ ਆਪਣੇ ਸਾਰੇ ਪੇਸ਼ੈਂਟਸ ਨੂੰ, ਸਾਰੇ ਕਲਾਇੰਟਸ ਨੂੰ ਅੰਬ, ਚੀਕੂ, ਤਰਬੂਜ ਸਭ ਕੁਝ ਖਿਲਾਉਂਦੇ ਹੈਗੇ ਆ, ਤੇ ਉਹ ਖਾ ਕੇ ਉਹ ਠੀਕ ਹੁੰਦੇ ਹੈਗੇ। ਮੇਰੇ ਇੱਕ ਪੇਸ਼ੈਂਟ ਸੀਗੇ, ਪੰਜਾਬ ਵਿੱਚ ਰਹਿੰਦੇ ਸੀਗੇ, 60 ਸਾਲ ਦੀ ਉਹਨਾਂ ਦੀ ਉਮਰ ਸੀਗੀ, 400 ਤੋਂ ਉੱਤੇ ਉਹਨਾਂ ਦਾ ਸ਼ੂਗਰ ਪਹੁੰਚ ਗਿਆ ਸੀਗਾ। ਜਦ ਮੇਰੇ ਤੋਂ ਉਹਨਾਂ ਨੇ ਇਲਾਜ ਕਰਵਾਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 500 ਤੋਂ ਲੈ ਕੇ 1000 ਗ੍ਰਾਮ ਤੱਕ ਲਗਭਗ ਉਹਨਾਂ ਨੇ ਡੇਲੀ ਖਾਏ, ਸੈਰ ਕੀਤੀ, ਹੋਰ ਸਲਾਦ ਖਾਧਾ। 1 ਮਹੀਨੇ ਵਿੱਚ ਉਹਨਾਂ ਦੀ ਡਾਇਬੀਟੀਜ਼ ਠੀਕ ਹੋ ਗਈ। ਤੇ ਅੱਜ 1 ਸਾਲ ਬਾਅਦ ਉਹਨਾਂ ਨੂੰ, ਮੈਨੂੰ ਪਿਛਲੇ ਹਫਤੇ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਸਾਲ ਹੋ ਚੁੱਕਿਆ, ਅਜੇ ਤੱਕ ਡਾਇਬੀਟੀਜ਼ ਮੈਨੂੰ ਦੁਬਾਰਾ ਨਹੀਂ ਹੋਈ ਹੈ, ਮੈਂ ਬਿਲਕੁਲ ਠੀਕ ਹਾਂ। ਸੋ ਇਹ ਤਾਂ ਸੱਚਾਈ ਹੈਗੀ ਹੈ ਮਿੱਠੇ ਦੀ, ਇਨ ਦਾ ਸੈਂਸ ਆਫ ਕਿ ਡਾਇਬੀਟੀਜ਼ ਮਿੱਠੇ ਨਾਲ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਤੋ ਜੇ ਮਿੱਠਾ ਰਿਫਾਈਨਡ ਹੈਗਾ, ਚਾਕਲੇਟ ਦੇ ਫਾਰਮ ਵਿੱਚ ਖਾਧਾ ਜਾ ਰਿਹਾ ਹੈਗਾ, ਕੈਂਡੀਜ਼ ਦੇ ਫਾਰਮ ਵਿੱਚ ਖਾਧਾ ਜਾ ਰਿਹਾ ਹੈ, ਤੇ ਸਾਡੀ ਡਾਇਬੀਟੀਜ਼ ਨੂੰ ਵਧਾਏਗਾ। ਲੇਕਿਨ ਅਗਰ ਇਹ ਫਲਾਂ ਦੇ ਰੂਪ ਵਿੱਚ ਹੈਗਾ ਤੇ ਇਹ ਸਾਡੀ ਡਾਇਬੀਟੀਜ਼ ਨੂੰ ਠੀਕ ਕਰੇਗਾ। ਤੇ ਇੱਥੇ ਆ ਗਈ ਡਾਇਬੀਟੀਜ਼ ਟਾਈਪ 1 ਦੀ। ਟਾਈਪ 1 ਦਾ ਕੀ ਹੁੰਦਾ ਹੈਗਾ, ਛੋਟੇ ਬੱਚਿਆਂ ਵਿੱਚ ਡਾਇਬੀਟੀਜ਼ ਹੁੰਦੀ ਹੈਗੀ ਹੈ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਲਾਈਫ ਸਟਾਈਲ ਕਰਕੇ ਸਾਡੀ ਡਾਇਬੀਟੀਜ਼ ਹੋਈ ਹੈ, ਪਰ ਛੋਟੇ ਬੱਚਿਆਂ ਨੇ, ਜਿਹੜਾ ਅੱਜ 2 ਸਾਲ ਦਾ ਹੈ, 3 ਸਾਲ ਦਾ ਹੈ, ਉਹਨੇ ਇਸ ਤਰ੍ਹਾਂ ਦਾ ਕਿਹੜਾ ਲਾਈਫ ਸਟਾਈਲ ਫੋਲੋ ਕਰ ਲਿਆ ਕਿ ਉਹਨੂੰ ਡਾਇਬੀਟੀਜ਼ ਹੋ ਗਈ? ਉਹਨੇ ਕਿਹੜੇ ਗਲਤ ਚੀਜ਼ਾਂ ਖਾਈਆਂ ਬਚਪਨ ਵਿੱਚ ਕਿ ਉਹਨੂੰ ਡਾਇਬੀਟੀਜ਼ 10 ਸਾਲ 15 ਸਾਲ ਬਾਅਦ ਲੱਗੀ? ਨਹੀਂ, ਉਹ ਤਾਂ ਅਜੇ ਆਇਆ ਹੀ ਹੈਗਾ, ਉਹਨੂੰ ਕਿਵੇਂ ਡਾਇਬੀਟੀਜ਼ ਲੱਗੀ? ਇੱਥੇ ਸਮਝਣ ਵਾਲੀ ਗੱਲ ਇਹ ਹੈਗੀ ਕਿ ਡਾਇਬੀਟੀਜ਼ ਜਨਮ ਦੇ ਨਾਲ ਨਹੀਂ ਹੁੰਦੀ ਹੈਗੀ ਹੈ, ਨਾ ਉਹਦੇ ਬੁਰੇ ਕਰਮਾਂ ਕਰਕੇ ਹੁੰਦੀ ਹੈ, ਬਲਕਿ ਡਾਇਬੀਟੀਜ਼ ਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਟੀਕੇ ਲਗਾਏ ਜਾ ਰਹੇ ਨੇ ਬਚਪਨ ਵਿੱਚ, ਹਰ ਬਿਮਾਰੀ ਦਾ ਵੱਖਰਾ ਵੱਖਰਾ ਟੀਕਾ, ਰੇਬੀਜ਼, ਰੁਬੈਲਾ, ਪੋਲੀਓ, ਮੀਜ਼ਲਸ, ਮੰਪਸ, ਹਰ ਬਿਮਾਰੀ ਦਾ ਵੱਖਰਾ ਟੀਕਾ, ਫਲੂ ਦਾ ਵੱਖਰਾ ਟੀਕਾ ਜਿਹੜੇ ਲਗਾਏ ਜਾਂਦੇ ਨੇ ਹਸਪਤਾਲਾਂ ਵਿੱਚ। ਉਹਨਾਂ ਵਿੱਚ ਅਬੋਰਟਡ ਫੀਟਲ ਸੈਲਸ ਹੁੰਦੇ ਨੇ, ਉਹਨਾਂ ਵਿੱਚ ਐਨੀਮਲ ਪ੍ਰੋਡਕਟਸ ਹੁੰਦੇ ਨੇ ਜਿਹੜੇ ਅੱਗੇ ਚੱਲ ਕੇ ਬੱਚਿਆਂ ਦੀ ਬਾਡੀ ਵਿੱਚ ਆਟੋ ਇਮਿਊਨਿਟੀ ਟ੍ਰਿਗਰ ਕਰਦੇ ਹੈ, ਯਾਨੀ ਬਾਡੀ ਦੀ ਇਮਿਊਨਿਟੀ ਹੀ ਬਾਡੀ ਦੀ ਪੈਨਕ੍ਰੀਆਸ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ। ਔਰ ਇਹਦੇ ਬਾਰੇ ਅਗਰ ਹੋਰ ਪੜ੍ਹਨਾ ਹੋਏ, ਦਾ ਚਾਈਨਾ ਸਟੱਡੀ, ਡਾਕਟਰ ਟਿਮ ਕੋਲਿਨ ਕੈਂਪਬੈਲ ਨੇ ਬਹੁਤ ਵੱਡੀ, ਲਗਾਤਾਰ ਕਿੰਨੇ ਸਾਲਾਂ ਲਗਾ ਕੇ ਕਿੰਨੇ ਕੰਟਰੀਆਂ ਵਿੱਚ ਰਿਸਰਚ ਕੀਤਾ ਸੀਗਾ, ਔਰ ਪਤਾ ਲੱਗਿਆ ਕਿ ਐਨੀਮਲ ਪ੍ਰੋਡਕਟਸ ਦਾ, ਇਹਨਾਂ ਚੀਜ਼ਾਂ ਦਾ ਬਾਡੀ ਦੇ ਅੰਦਰ ਆਟੋ ਇਮਿਊਨ ਰਿਐਕਸ਼ਨ ਹੁੰਦਾ ਹੈ। ਜਿਵੇਂ ਹੀ ਐਨੀਮਲ ਪ੍ਰੋਟੀਨ, ਐਨੀਮਲ ਪ੍ਰੋਡਕਟਸ ਦੀ ਚੀਜ਼ਾਂ ਜਾਂਦੀਆਂ ਨੇ, ਤੇ ਐਜ਼ ਅ ਰਿਜ਼ਲਟ ਬਾਡੀ ਦੀ ਆਟੋ ਇਮਿਊਨਿਟੀ ਦੀ ਕੰਡੀਸ਼ਨਸ, ਕੈਂਸਰ ਦੀ ਕੰਡੀਸ਼ਨਸ, ਹਾਰਟ ਡਿਜ਼ੀਜ਼ ਦੀ ਕੰਡੀਸ਼ਨਸ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਤੋਂ ਇਲਾਵਾ ਇੱਕ ਵੱਡਾ ਕਾਰਨ ਜਿਹੜਾ ਹੈਗਾ ਕਿ ਅੱਜ ਕੱਲ੍ਹ ਜਿਹੜੇ ਬੱਚੇ ਨੇ, ਉਹਨਾਂ ਨੂੰ ਮਾਂ ਦੁੱਧ ਨਹੀਂ ਪਿਲਾਉਂਦੀ ਆਪਣਾ, ਬਲਕਿ ਉਹਨਾਂ ਨੂੰ ਇਨਫੈਂਟ ਫਾਰਮੂਲਾ, ਕਮਰਸ਼ੀਅਲ ਮਿਲਕ ਤੇ ਪਾ ਦਿੱਤਾ ਜਾਂਦਾ ਹੈਗਾ, ਜਿਹਦੇ ਵਿੱਚ ਸੈਰਲੈਕ, ਹੌਰਲਿਕਸ, ਕੰਪਲੈਨ, ਇਹ ਸਭ ਚੀਜ਼ਾਂ ਪਾਈਆਂ ਜਾਂਦੀਆਂ ਨੇ। ਇਹ ਐਡਵਰਟਾਈਜ਼ਮੈਂਟ ਕੰਪਨੀਆਂ ਕਹਿੰਦੀ ਨੇ ਕਿ ਤੁਹਾਡੀ ਬੂਸਟ ਇਜ਼ ਦ ਸੀਕ੍ਰੇਟ ਆਫ ਮਾਈ એનર્ਜੀ ਜਾਂ ਕੰਪਲੈਨ ਪੀਓ ਤੇ ਹਾਈਟ ਵਧੇਗੀ, ਅਸਲ ਵਿੱਚ ਇਹ ਤੁਹਾਨੂੰ ਬਿਮਾਰ ਕਰਦੇ ਨੇ। ਅੱਛਾ ਜੀ, ਓਕੇ। ਸੋ ਬੜਾ ਪ੍ਰਚਾਰ ਹੁੰਦਾ, ਬਿਲਕੁਲ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਐਡਵਰਟਾਈਜ਼ਮੈਂਟ ਵੱਡੇ ਪੱਧਰ ਤੇ ਦਿੱਤੀਆਂ ਜਾਂਦੀਆਂ ਕਿ ਇਹ ਚੀਜ਼ਾਂ, ਉਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਟੀਵੀ ਦੇ ਉੱਤੇ ਦਿਖਾਈਆਂ ਜਾਂਦੀਆਂ, ਜਿਵੇਂ ਤੁਸੀਂ ਦੱਸਿਆ ਕਿ ਹਾਈਟ ਵੱਧ ਜਾਣੀ, ਦਿਮਾਗ ਦਾ ਵਿਕਾਸ ਹੋਣਾ, ਜਾਂ ਹੋਰ ਸਾਰਾ ਕੁਝ ਹੈਗਾ, ਉਹਦੇ ਤੌਰ ਤੇ ਇਹਨੂੰ ਵੇਚਿਆ ਜਾਂਦਾ। ਤੇ ਆਮ ਘਰਾਂ ਦੇ ਵਿੱਚ ਆਪਾਂ ਦੇਖਿਆ ਬਿਲਕੁਲ ਕਿ ਮਾਵਾਂ ਨੇ ਆਪਣਾ ਦੁੱਧ ਜਿਹੜਾ ਹੈ ਉਹ ਬੱਚਿਆਂ ਨੂੰ ਪਿਆਉਣਾ ਛੱਡ ਦਿੱਤਾ, ਇਹਨਾਂ ਚੀਜ਼ਾਂ ਦੇ ਉੱਤੇ ਨਿਰਭਰ ਹੋ ਗਿਆ। ਸੋ ਤੁਸੀਂ ਦੱਸ ਰਹੇ ਹੋ ਕਿ ਇਹ ਵੀ ਚੀਜ਼ਾਂ ਜਿਹੜੀਆਂ ਸ਼ੂਗਰ ਦਾ ਕਾਰਨ ਬਣਦੀਆਂ। ਬਿਲਕੁਲ ਇਹ ਚੀਜ਼ਾਂ ਬਣਦੀਆਂ ਨੇ ਟਾਈਪ 1 ਡਾਇਬੀਟੀਜ਼ ਵਿੱਚ। ਤਾਂ ਟੀਕਾ ਤੇ ਦੁੱਧ, ਜਿਹੜਾ ਕਮਰਸ਼ੀਅਲ ਮਿਲਕ ਹੈਗਾ, ਬੱਚਿਆਂ ਨੂੰ ਇਨਫੈਂਟ ਫਾਰਮੂਲਾ ਤੇ ਪਾਇਆ ਜਾਂਦਾ ਹੈ, ਇਹੀ ਮੇਨ ਸਭ ਤੋਂ ਜ਼ਿਆਦਾ ਵੱਡੇ ਰੀਜ਼ਨਸ
ਜਿਹੜੇ ਹੁਣ ਤੱਕ ਸਾਡੇ ਐਕਸਪੀਰੀਅੰਸ ਸਾਹਮਣੇ ਆਏ ਨੇ। ਲੇਕਿਨ ਟਾਈਪ 1 ਡਾਇਬੀਟੀਜ਼ ਵਿੱਚ ਵੀ ਜੀ ਅਗਰ ਆਪਾਂ ਆਪਣੀ ਡਾਈਟ ਵਗੈਰਾ ਨੂੰ ਲਾਈਫਸਟਾਈਲ ਨੂੰ ਇੰਪਰੂਵ ਕਰ ਲਈਏ ਜਾਂ ਮਿਲਟਸ ਤੇ ਆ ਜਾਈਏ, ਹੋਰ ਆਪਾਂ ਰॉ ਵੈਜੀਟੇਬਲਸ ਐਂਡ ਫਰੂਟਸ ਤੇ ਆ ਜਾਈਏ, ਤੇ ਆਪਾਂ ਦੇਖਿਆ ਹੈਗਾ ਕਿ majority of the cases ਵਿੱਚ 75% of the insulin requirement can be reduced। ਯਾਨੀ ਕਿ ਅਗਰ ਬੱਚਾ ਦਿਨ ਵਿੱਚ 4 ਵਾਰੀ ਟੀਕਾ ਲਗਾ ਰਿਹਾ ਸੀਗਾ ਤੇ ਫਿਰ 1 ਵਾਰ ਲਗਾਉਣਾ ਪਏਗਾ। ਜਾਂ ਫਿਰ ਕੁਝ ਕੇਸਿਸ ਵਿੱਚ ਜਿਹੜੇ ਲੱਕੀ ਕੇਸਿਸ ਹੁੰਦੇ ਹੈਗੇ ਜਿਨ੍ਹਾਂ ਵਿੱਚ ਪੋਟੈਂਸ਼ੀਅਲ ਹੁੰਦਾ ਹੈ ਫੁੱਲੀ ਰਿਕਵਰੀ ਦਾ, ਉਹਨਾਂ ਦੇ ਕੇਸ ਵਿੱਚ ਇਨਸੂਲਿਨ ਦਾ ਇੰਜੈਕਸ਼ਨ ਛੁੱਟ ਵੀ ਜਾਂਦਾ ਹੈਗਾ ਤੇ ਬਿਨਾਂ ਇਨਸੂਲਿਨ ਦੇ ਵੀ ਉਹਨਾਂ ਦੀ ਬਾਡੀ ਜਿਹੜੀ ਹੈ ਇਨਸੂਲਿਨ ਐਂਡ ਸ਼ੂਗਰ ਨੂੰ ਰੈਗੂਲੇਟ ਕਰ ਲੈਂਦੀ ਹੈ। ਤੁਸੀਂ ਦੱਸਿਆ ਕਿ ਵੈਕਸੀਨਸ ਜਿਹੜੀਆਂ ਲੱਗਦੀਆਂ ਬੱਚੇ ਨੂੰ, ਜੰਮਦੇ ਬੱਚੇ ਨੂੰ ਕੋਈ 2 ਮਹੀਨੇ ਬਾਅਦ ਆ, ਕੋਈ ਸਾਲ ਦੇ ਵਿੱਚ ਅੰਡਰ ਉਹ ਲਵਾ ਦਿੱਤੀਆਂ ਜਾਂਦੀਆਂ, ਸੋ ਕਿਤੇ ਨਾ ਕਿਤੇ ਉਹ ਵੀ ਕਾਰਨ ਬਣਦੀਆਂ ਨੇ ਸ਼ੂਗਰ ਦਾ ਬੱਚਿਆਂ ਦੇ ਵਿੱਚ। ਜੀ ਬਿਲਕੁਲ, ਉਹੀ ਮੇਨ ਕਾਰਨ ਬਣਦੀਆਂ ਨੇ ਬੱਚਿਆਂ ਦਾ ਸ਼ੂਗਰ, ਬੱਚਿਆਂ ਦੇ ਵਿੱਚ ਡਾਇਬੀਟੀਜ਼ ਟਾਈਪ 1 ਹੋਣ ਦੇ ਲਈ। ਇਸ ਤੋਂ ਇਲਾਵਾ ਅੱਜ ਸਾਡੇ ਕੋਲ ਦੁਨੀਆ ਭਰ ਤੋਂ ਆਟਿਜ਼ਮ, ਟਾਈਪ 1 ਡਾਇਬੀਟੀਜ਼ ਦੇ ਪੇਸ਼ੈਂਟਸ ਆਉਂਦੇ ਨੇ। ਹੋਰ ਵੀ ਬੱਚੇ ਹੈਗੇ ਛੋਟੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਆਟੋ ਇਮਿਊਨ ਕੰਡੀਸ਼ਨਸ ਨੇ, ਬਚਪਨ ਤੋਂ ਅਸਥਮਾ ਹੈਗਾ ਜਾਂ ਇਸ ਤਰ੍ਹਾਂ ਦੀ ਬਿਮਾਰੀਆਂ ਨੇ। ਇਹ ਸਾਰੀ ਬਿਮਾਰੀਆਂ ਬਚਪਨ ਤੋਂ ਕਿਉਂ ਹੋ ਜਾਂਦੀਆਂ ਨੇ? ਕਿਉਂਕਿ ਜਿਸ ਤਰ੍ਹਾਂ ਦੇ ਟੀਕੇ ਲੱਗਦੇ ਹੈਗੇ ਨੇ ਉਹ ਆਟੋ ਇਮਿਊਨ ਰਿਐਕਸ਼ਨ ਟ੍ਰਿਗਰ ਕਰ ਦਿੰਦੇ ਹੈਗੇ ਆ। ਸਾਰਿਆਂ ਨਾਲ ਨਹੀਂ ਹੁੰਦਾ ਹੈਗਾ, ਲੇਕਿਨ ਜਿਨ੍ਹਾਂ ਨਾਲ ਹੁੰਦਾ ਹੈ ਫਿਰ ਉਹਨਾਂ ਨੂੰ ਫਿਰ ਉਹਨਾਂ ਨੂੰ ਫਿਰ ਪੂਰੀ ਲਾਈਫ ਸਫਰ ਕਰਨਾ ਪੈਂਦਾ ਹੈ। ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦਾ ਹੈਗਾ ਕਿ ਟੀਕਿਆਂ ਦੀ ਸਾਨੂੰ ਲੋੜ ਨਹੀਂ ਹੈਗੀ, ਆਪਾਂ ਉਸ ਤੋਂ ਬਗੈਰ ਹੀ ਸਵਸਥ ਰਹਿ ਸਕਦੇ ਹਾਂ। ਬਲਕਿ ਜਿਹੜਾ ਸਾਈਡ ਇਫੈਕਟ ਇਹ ਕਰਦੇ ਨੇ ਜਾਂ ਤਾਂ ਸ਼ੁਰੂ ਵਿੱਚ ਹੀ ਕਰਦੇ ਨੇ ਜਾਂ ਲੌਂਗ ਟਰਮ ਵਿੱਚ ਕਰਦੇ ਨੇ, ਇਹਦਾ ਸਾਨੂੰ ਪਤਾ ਨਹੀਂ ਹੈਗਾ। ਤੇ ਅੱਜ ਕੱਲ੍ਹ ਜਿਹੜੇ ਟੀਕਿਆਂ ਦਾ ਰਿਵਾਜ ਚੱਲਿਆ ਇਹ ਜਿਹੜਾ ਹੈਗਾ ਇਹ ਬਹੁਤ ਹੀ ਸਿਹਤ ਵਾਸਤੇ ਖਤਰਨਾਕ ਹੈਗਾ ਤੇ ਸਾਨੂੰ ਟੀਕੇ ਨਹੀਂ ਲਗਾਉਣੇ ਚਾਹੀਦੇ। ਬਿਲਕੁਲ ਦਰਸ਼ਕੋ, ਇਹ ਚੀਜ਼ਾਂ ਬਹੁਤ ਸੋਚਣ ਸਮਝਣ ਵਾਲੀਆਂ ਨੇ। ਆਪਣੀ ਲਾਈਫ ਦੇ ਵਿੱਚ ਇਹਨੂੰ ਲਿਆ ਕੇ ਆਪਣੇ ਬੱਚਿਆਂ ਤੱਕ ਵੀ ਇਹਨਾਂ ਨੂੰ ਪਹੁੰਚਾਓ ਤੇ ਕਿਵੇਂ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਇਹ ਚੀਜ਼ਾਂ ਵੀ ਆਪਾਂ ਨੂੰ ਸੋਚਣੀਆਂ ਪੈਣਗੀਆਂ, ਕਿਉਂਕਿ ਅਕਸਰ ਬੱਚੇ ਸਾਡੇ ਹੀ ਨੇ, ਉਹਨਾਂ ਨੇ ਜਵਾਨ ਹੋਣਾ, ਜੇਕਰ ਬਿਮਾਰੀ ਦੇ ਵਿੱਚ ਘਿਰ ਜਾਂਦੇ ਆ ਤੇ ਮਾਪਿਆਂ ਦਾ ਜਿੰਨਾ ਦੁੱਖ ਜਿਹੜਾ ਹੈ ਉਹ ਕਿਸੇ ਹੋਰ ਨੂੰ ਨਹੀਂ ਹੁੰਦਾ। ਸੋ ਹੁਣ ਆਪਾਂ ਗੱਲ ਕਰੀਏ ਵੱਡਿਆਂ ਦੀ, ਜਾਣੀ ਕਿ ਤੁਸੀਂ ਡਾਇਬੀਟੀਜ਼ 2 ਦੀ ਗੱਲ ਕਰਦੇ ਹੋ ਕਿ ਉਹ ਜੋ ਬਜ਼ੁਰਗਾਂ ਦੇ ਵਿੱਚ ਜਾਂ ਜਵਾਨ ਲੋਕਾਂ ਦੇ ਵਿੱਚ ਆਉਂਦੀ ਹੈ, ਸੋ ਉਹ ਕੀ ਕਾਰਨ ਬਣਦੇ ਨੇ ਤੇ ਉਹਦੇ ਬਾਰੇ ਵੀ ਚਾਨਣਾ ਥੋੜਾ ਜਿਹਾ ਪਾਓ। ਕਿਵੇਂ ਇੱਕ ਜਵਾਨ ਬੱਚਾ ਕੋਈ ਵੀ ਹੈਗਾ ਜਿਹਦੀ ਉਮਰ 18 ਸਾਲ ਹੈ, 16 ਸਾਲ ਹੈ ਜਾਂ 22, 25, 30, 35 ਹੈ, ਸੋ ਉਹ ਵੀ ਸ਼ੂਗਰ ਦੀ ਮਾਰ ਹੇਠ ਆ ਰਿਹਾ, ਇਹਦਾ ਕੀ ਕਾਰਨ ਹੈ? ਹਾਂਜੀ, ਜਿਵੇਂ ਕਿ ਮੈਂ ਦੱਸਿਆ ਕਿ ਬੱਚਿਆਂ ਦੇ ਜਿਹੜੇ ਕੇਸ ਵਿੱਚ ਤਾਂ ਟਾਈਪ 1 ਡਾਇਬੀਟੀਜ਼ ਹੋ ਗਈ। ਜਿਹੜੇ ਐਡੋਲੈਸੈਂਸ ਵਿੱਚ ਡਾਇਬੀਟੀਜ਼ ਹੁੰਦੀ ਹੈ ਉਹਨੂੰ ਲਾਡਾ ਕਹਿੰਦੇ ਆ, ਲੇਟੈਂਟ ਆਟੋ ਇਮਿਊਨ ਡਾਇਬੀਟੀਜ਼ ਜਿਹਨੂੰ ਕਹਿੰਦੇ ਹੈਗੇ। ਇਹਦਾ ਕਾਰਨ ਲਾਈਫ ਸਟਾਈਲ ਦੀ ਪ੍ਰੋਬਲਮ ਤਾਂ ਹੈਗੀ ਹੀ ਹੈ, ਪਲੱਸ ਜਿਹੜੇ ਪੁਰਾਣੇ ਟੀਕੇ ਲੱਗੇ ਹੁੰਦੇ ਆ, ਪਲੱਸ ਜਿਹੜਾ ਉਹ ਐਨੀਮਲ ਪ੍ਰੋਡਕਟਸ ਯੂਜ਼ ਕਰ ਰਹੇ ਹੁੰਦੇ ਆ। ਤਾਂ ਇਹ ਸਾਰੀ ਚੀਜ਼ਾਂ ਮਿਲਾ ਕੇ ਰਿਐਕਸ਼ਨ ਹੋ ਜਾਂਦਾ ਹੈਗਾ। ਪਰ ਇਹ ਸਾਰਿਆਂ ਨਾਲ ਨਹੀਂ ਹੁੰਦਾ, ਕਈ ਕੇਸਿਸ ਵਿੱਚ ਹੁੰਦਾ ਹੈਗਾ ਤੇ ਫਿਰ ਉਸ ਕੇਸ ਵਿੱਚ ਥੋੜੀ ਜਿਹੀ ਸਫਰਿੰਗ ਹੁੰਦੀ ਹੈ। ਸੋ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਇਹਨਾਂ ਜਿਹੜੇ ਫੈਕਟਰਸ ਹੈਗੇ ਜਿਹੜੇ ਮੈਂ ਦੱਸੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਡਾਕਟਰ ਪੌਲ ਥਾਮਸ MD ਹੈਗੇ, ਉਹਨਾਂ ਦਾ ਬਹੁਤ ਵੱਡਾ ਰਿਸਰਚ ਹੋਇਆ ਸੀ ਇਸ ਟੌਪਿਕ ਦੇ ਉੱਤੇ। ਉਹਨਾਂ ਨੇ ਉਹ ਪੀਡੀਆਟ੍ਰਿਕਸ ਦੇ ਬਹੁਤ ਵੱਡੇ ਡਾਕਟਰ ਹੈਗੇ, ਉਹਨਾਂ ਦੇ ਬੱਚਿਆਂ ਦਾ ਹੀ ਸਾਰਾ ਕੇਸ ਦੇਖਦੇ ਹੈਗੇ। ਤਾਂ ਉਹਨਾਂ ਨੇ ਕੀ ਕੀਤਾ, ਆਪਣੇ ਬੱਚਿਆਂ ਨੂੰ 2 ਗਰੁੱਪਸ ਵਿੱਚ ਡਿਵਾਈਡ ਕਰ ਦਿੱਤਾ। ਇੱਕ ਉਹ ਗਰੁੱਪ ਜਿਹੜੇ ਬੱਚਿਆਂ ਨੇ ਟੀਕੇ ਬਹੁਤ ਘੱਟ ਲਗਾਏ ਸੀ ਜਾਂ ਨਹੀਂ ਲਗਾਏ ਸੀਗੇ, ਇੱਕ ਉਹ ਗਰੁੱਪ ਜਿਹੜੇ ਨੇ ਸਾਰੇ ਟੀਕੇ ਲਗਾਏ ਸੀਗੇ। ਤੇ ਉਹਨਾਂ ਨੇ ਇਹ ਦੇਖਿਆ ਕਿ ਜਿਸ ਗਰੁੱਪ ਵਿੱਚ ਬੱਚਿਆਂ ਨੇ ਸਾਰੇ ਟੀਕੇ ਲਾਏ ਹੋਏ ਸੀ ਬਚਪਨ ਵਾਲੇ, ਉਹੀ ਗਰੁੱਪ ਹੈ, ਉਹੀ ਬੱਚੇ ਨੇ ਜਿਹੜੇ ਸਭ ਤੋਂ ਜ਼ਿਆਦਾ ਬਿਮਾਰ ਪੈਂਦੇ ਨੇ, ਸਭ ਤੋਂ ਜ਼ਿਆਦਾ ਹਸਪੀਟਲ ਤੇ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਤੇ ਜਿਹੜੇ ਬੱਚੇ ਨੇ ਟੀਕੇ ਘੱਟ ਲਾਏ ਸੀ ਉਹਨਾਂ ਨੂੰ ਘੱਟ ਤੋਂ ਘੱਟ ਬਿਮਾਰੀ ਹੁੰਦੀ ਹੈ, ਘੱਟ ਤੋਂ ਘੱਟ ਹਸਪੀਟਲ ਡਾਕਟਰ ਦੇ ਕੋਲ ਆਉਣਾ ਪੈਂਦਾ ਹੈਗਾ। ਕੀ ਬਾਤ ਹੈ, ਕੀ ਬਾਤ ਹੈ। ਬਿਲਕੁਲ ਜੀ। ਫਿਰ ਉਸ ਤੋਂ ਵੱਡੀ ਗੱਲ ਪਤਾ ਕੀ ਹੋਈ ਕਿ ਉਹਨਾਂ ਦਾ ਲਾਇਸੈਂਸ ਵੀ ਸਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਹ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੈ ਉਹ ਛੁਪਾਉਣਾ ਚਾਹੁੰਦੀ ਹੈ ਕਿ ਟੀਕੇ ਦੇ ਇਹਨਾਂ ਨੁਕਸਾਨ ਹੋ ਸਕਦੇ ਆ। ਜੀ ਬਿਲਕੁਲ ਬਿਲਕੁਲ। ਕਰਮਜੀਤ ਸਿੰਘ ਜੀ, ਹੁਣ ਆਪਾਂ ਜੇ ਗੱਲ ਕਰੀਏ ਕਿ ਸ਼ੂਗਰ ਦੀ ਬਿਮਾਰੀ ਤਾਂ ਚਲੋ ਮੰਨ ਲਿਆ ਵੀ ਇਹ ਮਾੜੇ ਲਾਈਫ ਸਟਾਈਲ ਕਰਕੇ ਹੋ ਗਈ ਹੈ, ਕਿ ਸਾਨੂੰ ਸਮਝ ਨਹੀਂ ਸੀ, ਆਪਾਂ ਜਿਹੜਾ ਫਾਸਟ ਫੂਡ ਹੋ ਗਿਆ, ਅੱਜ ਦਾ ਲਾਈਫ ਸਟਾਈਲ ਅਪਣਾ ਕੇ ਤੇ ਬਿਮਾਰੀਆਂ ਤਾਂ ਅਸੀਂ ਹੇਠ ਲਈਆਂ। ਹੁਣ ਇਹ ਕਹਿ ਦਿੱਤਾ ਜਾਂਦਾ ਵੀ ਜਿਹੜੀ ਬਿਮਾਰੀ ਇੱਕ ਵਾਰੀ ਹੋ ਗਈ ਹੈ ਉਹ ਕਦੇ ਵੀ ਠੀਕ ਨਹੀਂ ਹੋ ਸਕਦੀ। ਤੁਹਾਡਾ ਕੀ ਮੰਨਣਾ ਇਸ ਬਾਰੇ ਕਿ ਸ਼ੂਗਰ ਦੀ ਬਿਮਾਰੀ ਇਹ ਜਿਹੜੀ ਠੀਕ ਹੋ ਸਕਦੀ ਹੈ, ਪਰਮਾਨੈਂਟਲੀ ਆਪਣੇ ਸਰੀਰ ਦੇ ਵਿੱਚੋਂ ਨਿਕਲ ਸਕਦੀ ਹੈ? ਜੇ ਨਿਕਲ ਸਕਦੀ ਹੈ ਤਾਂ ਕਿਵੇਂ ਨਿਕਲ ਸਕਦੀ ਹੈ, ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਹਜ਼ਾਰਾਂ ਨਹੀਂ ਜਿਹੜੇ ਲੱਖਾਂ ਹੀ ਐਸੇ ਦਰਸ਼ਕ ਜਿਹੜੇ ਇਹ ਪ੍ਰੋਗਰਾਮ ਦੇਖਣਗੇ। ਕਿਸੇ ਦਾ ਭਲਾ ਹੋਊਗਾ ਤਾਂ ਸਾਡਾ ਵੀ ਉਹਦੇ ਵਿੱਚ ਫਾਇਦਾ ਹੈ, ਇਹ ਪ੍ਰੋਗਰਾਮ ਕਰਨ ਦਾ, ਸਾਡੀ ਆਵਾਜ਼ ਉੱਥੇ ਤੱਕ ਪਹੁੰਚੇਗੀ, ਕਿਸੇ ਦਾ ਭਲਾ ਹੋ ਜਾਵੇ ਤੇ ਉਹ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਹੈ ਕਿਸੇ ਵੀ ਪ੍ਰੋਗਰਾਮ ਦੀ, ਕਿਸੇ ਵੀ ਸ਼ੋਅ ਦੀ। ਸੋ ਕੀ ਸਮਝਦੇ ਹੋ ਤੁਸੀਂ, ਵਾਕਿਆ ਇਹਨੂੰ ਠੀਕ ਕੀਤਾ ਜਾ ਸਕਦਾ? ਜੇ ਕੀਤਾ ਜਾ ਸਕਦਾ, ਕਿਵੇਂ ਕੀਤਾ ਜਾ ਸਕਦਾ? ਹਾਂਜੀ, ਸਾਡੇ ਕੋਲ ਦੁਨੀਆ ਭਰ ਤੋਂ ਡਾਇਬੀਟੀਜ਼ ਦੇ ਪੇਸ਼ੈਂਟਸ ਹੁੰਦੇ ਹੈਗੇ। ਅਸੀਂ ਕੀ ਦੇਖਿਆ, ਡਾਇਬੀਟੀਜ਼ ਟਾਈਪ 2 ਦੇ ਕੇਸ ਵਿੱਚ ਲਗਭਗ 100% ਆਫ ਦਾ ਪੇਸ਼ੈਂਟਸ ਕੈਨ ਬੀ ਕਿਉਰਡ ਫਰਮ ਦਿਸ ਡਿਜ਼ੀਜ਼ ਜੇ ਉਹਨਾਂ ਦੀ ਦਵਾਈਆਂ ਚੱਲ ਰਹੀਆਂ ਨੇ
ਤੇ ਉਹ 3 ਮਹੀਨੇ ਦੇ ਵਿੱਚ ਮੈਂ ਦੇਖਿਆ ਕਿ ਦਵਾਈਆਂ ਬੰਦ ਹੋ ਜਾਂਦੀਆਂ ਨੇ, ਸ਼ੂਗਰ ਨਾਰਮਲ ਆਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਕੋਈ ਇੰਜੈਕਸ਼ਨ ਤੇ ਹੈਗਾ ਤੇ 6 ਮਹੀਨੇ ਵਿੱਚ ਉਹ ਉਹਨਾਂ ਦੇ ਇੰਜੈਕਸ਼ਨ ਬੰਦ ਹੋ ਜਾਂਦੇ ਹੈ, ਦਵਾਈਆਂ ਬੰਦ ਹੋ ਜਾਂਦੀਆਂ ਨੇ ਤੇ ਸ਼ੂਗਰ ਦੀ ਪ੍ਰੋਬਲਮ, ਉਹਨਾਂ ਦੀ ਜਿਹੜੀ ਹਾਈ ਸ਼ੂਗਰ ਦੀ ਪ੍ਰੋਬਲਮ ਹੈ ਖਤਮ ਹੋ ਜਾਂਦੀ ਹੈ, ਸ਼ੂਗਰ ਨਾਰਮਲ ਰੇਂਜ ਵਿੱਚ ਆਉਣ ਲੱਗ ਪੈਂਦੀ ਹੈ। ਇਹ ਡਾਇਬੀਟੀਜ਼ ਟਾਈਪ 2 ਦੇ ਕੇਸ ਵਿੱਚ ਹੈਗਾ। ਜੀ। ਡਾਇਬੀਟੀਜ਼ ਟਾਈਪ 1 ਦੇ ਕੇਸ ਵਿੱਚ ਜੋ ਹੁੰਦਾ ਹੈਗਾ ਉਹਦੇ ਵਿੱਚ 75% ਆਫ ਦਾ ਪੇਸ਼ੈਂਟ ਜਿਹੜੇ ਹੁੰਦੇ ਨੇ ਉਹਨਾਂ ਦਾ ਜਿਹੜਾ ਇਨਸੂਲਿਨ ਰਿਕੁਆਇਰਮੈਂਟ ਹੈ ਉਹ 1/4 ਹੋ ਜਾਂਦਾ ਹੈ। ਯਾਨੀ ਦਿਨ ਵਿੱਚ ਅਗਰ 4 ਵਾਰ ਟੀਕਾ ਲੈਣਾ ਪੈ ਰਿਹਾ ਸੀ, ਜਿੰਨਾ ਇਨਸੂਲਿਨ ਲੈਣਾ ਪੈ ਰਿਹਾ ਸੀਗਾ ਉਹਦਾ ਸਿਰਫ 25% ਹੀ ਲੈਣਾ ਪੈਂਦਾ ਹੈਗਾ। ਤੇ ਕੁਝ ਕੇਸਿਸ ਹੁੰਦੇ ਨੇ ਜਿਹੜੇ ਬਹੁਤ ਸਟ੍ਰਿਕਟਲੀ ਡਾਈਟ ਫੋਲੋ ਕਰ ਲੈਂਦੇ ਆ ਅੱਛੀ ਤਰ੍ਹਾਂ, ਚੰਗੀ ਤਰ੍ਹਾਂ, ਤੇ ਉਹਨਾਂ ਦੇ ਕੇਸ ਵਿੱਚ ਪੂਰੀ ਤਰ੍ਹਾਂ ਵੀ ਇਨਸੂਲਿਨ ਦਾ ਰਿਕੁਆਇਰਮੈਂਟ ਰਿਡਿਊਸ ਕੀਤੀ ਜਾ ਸਕਦੀ ਹੈਗੀ ਹੈ। ਬਟ ਉਹ ਡਿਪੈਂਡ ਕਰਦਾ ਹੈ ਕਿ ਵੀ ਕਿੰਨਾ ਡੈਮੇਜ ਹੋ ਚੁੱਕਿਆ ਹੈ, ਕਿੰਨਾ ਡੈਮੇਜ ਨਹੀਂ ਹੋਇਆ ਹੈਗਾ, ਤੇ ਇਸ ਤਰ੍ਹਾਂ ਉਹ ਕਾਫੀ ਫੈਕਟਰਸ ਤੇ ਡਿਪੈਂਡ ਕਰਦਾ ਹੈਗਾ। ਤੋ ਇਸ ਕੇਸ ਵਿੱਚ ਜਿਹੜਾ ਡਾਕਟਰਾਂ ਕੋਲ ਜਿਹੜਾ ਇਲਾਜ ਹੈਗਾ ਉਹ ਤਾਂ ਹੈ ਕਿ ਉਹਨਾਂ ਨੇ ਡਾਇਬੀਟੀਜ਼ ਦੀ ਮੈਟਫੋਰਮਿਨ ਦੀ ਗੋਲੀ ਪਕੜਾਣੀ ਹੈਗੀ ਹੈ, ਤੇ ਉਹ ਹਰ ਸਾਲ ਵੱਧਦੀ ਜਾਏਗੀ ਡੋਜ਼ ਉਹਦੀ, ਤੇ ਨਾਲ ਫਿਰ ਉਹਦੇ ਨਾਲ ਬੀਪੀ ਦੀ ਪ੍ਰੋਬਲਮ ਆਏਗੀ, ਨਾਲ ਕੋਲੇਸਟਰੋਲ ਦੀ ਆਏਗੀ। ਥੋੜੇ ਟਾਈਮ ਬਾਅਦ ਕਿਡਨੀ ਜਿਹੜੀ ਕ੍ਰੀਏਟਿਨਾਈਨ ਵਧਣਾ ਸ਼ੁਰੂ ਹੋ ਜਾਏਗਾ, ਕ੍ਰੀਏਟਿਨਾਈਨ ਵਧਣਾ ਸ਼ੁਰੂ ਹੋ ਜਾਏਗਾ ਤੇ ਫਿਰ ਉਹ ਕਿਡਨੀ ਦੀ ਦਵਾਈਆਂ ਚੱਲ ਪੈਣਗੀਆਂ। ਥੋੜੇ ਟਾਈਮ ਬਾਅਦ ਡਾਇਲਿਸਿਸ ਦੀ ਨੌਬਤ ਆ ਜਾਏਗੀ, ਫਿਰ ਅੱਖਾਂ ਖਰਾਬ ਹੋਣੀਆਂ ਸ਼ੁਰੂ ਹੋਣਗੀਆਂ। ਤੋ ਇਸ ਤਰ੍ਹਾਂ ਕਰਦੇ ਬੰਦੇ ਨੂੰ ਪੂਰੀ ਲਾਈਫ ਦਵਾਈਆਂ ਤੇ ਪਾ ਦਿੱਤਾ ਜਾਏਗਾ, ਇੰਜੈਕਸ਼ਨ ਤੇ ਪਾ ਦਿੱਤਾ ਜਾਏਗਾ। ਅਲਟੀਮੇਟਲੀ ਆਪਰੇਸ਼ਨ ਸਰਜਰੀ ਦੀ ਨੌਬਤ ਆਏਗੀ, ਬੰਦੇ ਦਾ ਪੈਸਾ ਵੀ ਜਾਏਗਾ, ਜਾਨ ਵੀ ਜਾਏਗੀ, ਤੇ ਬੰਦਾ ਪੂਰੀ ਲਾਈਫ ਦਵਾਈਆਂ ਖਾ ਕੇ ਆਪਣੇ ਆਪ ਨੂੰ ਜੀਵਿਤ ਰੱਖਣ ਦੀ ਕੋਸ਼ਿਸ਼ ਕਰਦਾ ਰਹੇਗਾ। ਤੋ ਇਹ ਕੋਈ ਜਿਹੜਾ ਇਲਾਜ, ਇਹਨੂੰ ਆਪਾਂ ਇਲਾਜ ਨਹੀਂ ਕਹਿੰਦੇ, ਇਹ ਤਾਂ ਬਿਜ਼ਨਸ ਹੈਗਾ ਕਿ ਕਸਟਮਰ ਬਣਾ ਲਿਆ ਤੇ ਪੂਰੀ ਲਾਈਫ ਉਸ ਤੋਂ ਪੈਸੇ ਵਸੂਲਦੇ ਰਹੇ। ਤੋ ਇਹ ਤਾਂ ਕਨਵੈਨਸ਼ਨਲ ਟ੍ਰੀਟਮੈਂਟ ਹੋ ਗਈ। ਦੂਜੀ ਟ੍ਰੀਟਮੈਂਟ ਕੀ ਹੈਗੀ, ਜਿਹੜੀ ਜੜ ਤੇ ਇਲਾਜ ਕਰਦੀ ਹੈਗੀ। ਜੜ ਤੇ ਇਲਾਜ ਕਿਵੇਂ ਹੁੰਦਾ ਹੈ ਕਿ ਜਿਸ ਕਾਰਨ ਕਰਕੇ ਤੁਹਾਡੀ ਬਿਮਾਰੀ ਆਈ ਸੀਗੀ ਉਸ ਕਾਰਨ ਨੂੰ ਹਟਾ ਦਿਓ, ਤੁਹਾਡੀ ਬਿਮਾਰੀ ਠੀਕ ਹੋ ਜਾਏਗੀ। ਸੋ ਦੈਟ ਮੀਨਸ ਕਿ ਡਾਇਬੀਟੀਜ਼ ਟਾਈਪ 2 ਇਜ਼ ਅ ਲਾਈਫਸਟਾਈਲ ਇਲਨੈਸ। ਆਪਣਾ ਲਾਈਫਸਟਾਈਲ ਠੀਕ ਕਰ ਲਓ, ਆਪਣੀ ਡਾਈਟ ਠੀਕ ਕਰ ਲਓ, ਤੇ ਤੁਹਾਡਾ ਡਾਇਬੀਟੀਜ਼ ਦਾ ਜਿਹੜਾ ਐਕਸਟਰਾ ਸ਼ੂਗਰ ਹੈਗਾ ਉਹ ਖਤਮ ਹੋ ਜਾਏਗਾ, ਨਾਰਮਲ ਸ਼ੂਗਰ ਰੇਂਜ ਵਿੱਚ ਤੁਹਾਡੇ ਆਉਣ ਲੱਗ ਪਏਗੀ। ਸੋ ਇਹ ਠੀਕ ਹੈ। ਔਰ ਵੱਡੀ ਗੱਲ ਪਤਾ ਕੀ ਹੈਗੀ, ਜੇ ਆਪਾਂ ਦਵਾਈਆਂ ਤੇ ਹੋਈ ਨਾ, ਦਵਾਈਆਂ ਦੇ ਉੱਤੇ ਇੱਕ ਬਹੁਤ ਵੱਡੀ ਸਟੱਡੀ ਹੋਈ ਸੀਗੀ ਜਿਹਦੇ ਬਾਰੇ ਦੱਸਿਆ ਨਹੀਂ ਜਾਂਦਾ। ਇਹਨੂੰ ਕਹਿੰਦੇ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਸ ਨੇ 2018 ਵਿੱਚ ਇਹ ਗਾਈਡਲਾਈਨ ਪਾਸ ਕੀਤੀ ਸੀਗੀ ਕਿ ਜੇ ਕਿਸੇ ਦਾ ਬਲੱਡ ਸ਼ੂਗਰ ਜਿਹੜਾ ਹੈਗਾ ਉਹ 8 HbA1c ਤੋਂ ਥੱਲੇ ਹੈਗਾ ਤੇ ਔਰ 170 mg ਪਰ ਡੈਸੀਲੀਟਰ ਤੋਂ ਥੱਲੇ ਹੈਗਾ, ਤੇ ਉਹਨਾਂ ਨੂੰ ਆਪਣੀ ਦਵਾਈਆਂ ਨੂੰ ਘਟਾ ਲੈਣਾ ਚਾਹੀਦਾ ਹੈ, ਕਿਉਂਕਿ ਲੋ ਸ਼ੂਗਰ ਦੇ ਡੈਮੇਜ ਜਿਹੜਾ ਹੈਗਾ, ਸ਼ੂਗਰ ਘੱਟ ਹੋਣ ਦਾ ਜਿਹੜਾ ਡੈਮੇਜ ਹੈਗਾ ਉਹ ਹਾਈ ਨਾਲੋਂ ਵੀ ਜ਼ਿਆਦਾ ਹੈਗਾ। ਯਾਨੀ ਅਗਰ ਤੁਸੀਂ ਸ਼ੂਗਰ ਨੂੰ ਘਟਾ ਰਹੇ ਹੋ ਦਵਾਈਆਂ ਦੇ ਨਾਲ, ਤੁਹਾਨੂੰ ਜ਼ਿਆਦਾ ਨੁਕਸਾਨ ਹੋਏਗਾ ਜਿੰਨਾ ਹਾਈ ਸ਼ੂਗਰ ਵਾਲਿਆਂ ਨੂੰ ਹੋਏਗਾ। ਕਿਉਂਕਿ ਇਹਦੇ ਪਿੱਛੇ ਇੱਕ ਸਾਇੰਟੀਫਿਕ ਰਿਸਰਚ ਸੀਗਾ, ਅਕॉर्ड ਟ੍ਰਾਇਲ ਤੇ ਐਡਵਾਂਸ ਟ੍ਰਾਇਲ। ਅਕॉर्ड ਟ੍ਰਾਇਲ ਵਿੱਚ ਇਹ ਦੇਖਿਆ ਗਿਆ ਸੀਗਾ, 2 ਗਰੁੱਪ ਬਣਾ ਦਿੱਤੇ ਗਏ। ਇੱਕ ਗਰੁੱਪ ਜਿਹੜਾ ਡਾਇਬੀਟੀਜ਼ ਦੀ ਦਵਾਈਆਂ ਖਾ ਕੇ ਆਪਣੇ ਸ਼ੂਗਰ ਨੂੰ ਘਟਾ ਕੇ ਰੱਖ ਰਿਹਾ ਸੀਗਾ, ਇੱਕ ਜਿਹੜਾ ਗਰੁੱਪ ਸੀਗਾ ਉਹਦੇ ਵਿੱਚ ਸ਼ੂਗਰ ਥੋੜਾ ਵਧਿਆ ਹੋਇਆ ਸੀਗਾ। ਦੇਖਿਆ ਕੀ ਗਿਆ ਕਿ ਜਿਹੜਾ 228 mg ਪਰ ਡੈਸੀਲੀਟਰ ਵਾਲਾ ਗਰੁੱਪ ਸੀਗਾ ਤੇ ਜਿਹੜਾ 150 mg ਪਰ ਡੈਸੀਲੀਟਰ ਵਾਲਾ ਗਰੁੱਪ ਸੀਗਾ, 150 ਵਾਲੇ ਗਰੁੱਪ ਵਿੱਚ 22% ਜ਼ਿਆਦਾ ਲੋਕਾਂ ਦੀ ਮੌਤਾਂ ਹੋਈਆਂ, 36% ਲੋਕਾਂ ਦੀ ਜ਼ਿਆਦਾ ਦਿਲ ਦੀਆਂ ਬਿਮਾਰੀਆਂ ਹੋਈਆਂ, ਔਰ ਉਨੀ ਵਿੱਚ ਹੀ ਐਕਸਟਰਾ ਬਾਡੀ weight ਹੋਣ ਲੱਗ ਪਿਆ, ਔਰ ਬਾਡੀ ਵਿੱਚ ਫਲੂਇਡ ਰਿਟੈਂਸ਼ਨ ਹੋਣ ਲੱਗ ਪਿਆ। ਯਾਨੀ ਕਿ ਜਿਹੜੇ ਲੋਕ ਦਵਾਈਆਂ ਖਾ ਕੇ ਸ਼ੂਗਰ ਨੂੰ ਘਟਾ ਰਹੇ ਨੇ ਉਹ ਹੋਰ ਵੀ ਜ਼ਿਆਦਾ ਆਪਣਾ ਨੁਕਸਾਨ ਕਰ ਰਹੇ ਹੈਗੇ ਹਾਈ ਸ਼ੂਗਰ ਨਾਲੋਂ ਵੀ। ਠੀਕ ਹੈ, ਠੀਕ ਹੈ। ਸੋ ਇੱਥੇ ਮੇਰਾ ਸਵਾਲ, ਆਪਾਂ ਇਲਾਜ ਵਾਲੇ ਪਾਸੇ ਜਾਣ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਆ ਰਿਹਾ ਕਿ ਜਦੋਂ ਤੁਸੀਂ ਸ਼ੂਗਰ ਚੈੱਕ ਕਰਵਾਉਂਦੇ ਹੋ, ਡਾਕਟਰਾਂ ਵੱਲੋਂ ਕਹਿ ਦਿੱਤਾ ਜਾਂਦਾ ਵੀ ਤੁਹਾਨੂੰ ਇੰਨੀ ਸ਼ੂਗਰ ਹੋ ਗਈ ਹੈ, 80 ਹੋ ਗਈ ਹੈ, 100 ਹੋ ਗਈ ਹੈ, 120 ਹੋ ਗਈ ਹੈ। ਸੋ ਕੀ ਉਹ ਪੈਮਾਨਾ ਜਿਹੜਾ ਹੈ ਉਹ ਠੀਕ ਹੁੰਦਾ? ਕਿੱਥੋਂ ਤੱਕ ਜਿਹੜੀ ਸ਼ੂਗਰ ਹੈ ਉਹ ਇੱਕ ਬਾਡੀ ਵਾਸਤੇ ਜਾਇਜ਼ ਹੈਗੀ ਹੈ ਕਿ ਜਦੋਂ ਇਹ ਡਰਾਪ ਪੈਦਾ ਕਰ ਦਿੱਤਾ ਜਾਂਦਾ ਵੀ ਭਾਈ ਤੈਨੂੰ ਇੰਨੀ ਸ਼ੂਗਰ ਹੋ ਗਈ ਹੈ ਤੇ ਇਸ ਤੋਂ ਬਾਅਦ ਹੁਣ ਆਹ ਜਿਹੜੀ ਦਵਾਈ ਹੈ ਇਹ ਸ਼ੁਰੂ ਕਰਦੇ, ਅੱਜ ਤੋਂ ਲਗਾਤਾਰ ਲੈਣੀ ਸ਼ੁਰੂ ਕਰਦੇ। ਸੋ ਕੀ ਅਸਲ ਪੈਮਾਨਾ ਕੀ ਹੈਗਾ, ਕਿੱਥੋਂ ਤੱਕ ਸ਼ੂਗਰ ਜਾਇਜ਼ ਹੈਗੀ ਹੈ ਤੇ ਕਿੱਥੋਂ ਜਾ ਕੇ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ ਵੀ ਅੱਜ ਮੈਨੂੰ ਹੁਣ ਇਸ ਤੋਂ ਬਾਅਦ ਇਲਾਜ ਜਿਹੜਾ ਸ਼ੁਰੂ ਕਰਨਾ ਪੈਣਾ? ਹਾਂ, ਇਹ ਬੜਾ ਬਹੁਤ ਇੰਪੋਰਟੈਂਟ ਸਵਾਲ ਹੈਗਾ, ਕਿਉਂਕਿ ਡਾਇਗਨੋਸਿਸ ਕਰਕੇ ਹੀ 50% ਆਫ ਦਾ ਡਾਇਬੀਟੀਜ਼ ਪੇਸ਼ੈਂਟ ਬਣਦੇ ਹੈਗੇ ਆ। ਜਿਹਨਾਂ ਨੂੰ ਡਾਇਬੀਟੀਜ਼ ਨਹੀਂ ਵੀ ਹੁੰਦੀ ਉਹਨਾਂ ਨੂੰ ਵੀ ਗੋਲੀਆਂ ਪਕੜਾ ਦਿੱਤੀਆਂ ਜਾਂਦੀਆਂ ਨੇ। ਹੁੰਦਾ ਕੀ ਹੈਗਾ ਕਿ ਸ਼ੂਗਰ ਦੀ ਮਾਤਰਾ ਨਾਰਮਲ ਰੇਂਜ ਹਰ ਬਾਡੀ ਦੀ ਵੱਖਰੀ ਹੈਗੀ ਹੈ। ਮੰਨ ਲਓ ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਕਦੀ ਗਰਮੀਆਂ ਦਾ ਸੀਜ਼ਨ ਹੈ, ਕਦੀ ਸਰਦੀਆਂ ਦਾ ਸੀਜ਼ਨ ਹੈ, ਕੋਈ ਜ਼ਿਆਦਾ ਐਕਸਰਸਾਈਜ਼ ਕਰਦਾ ਹੈ, ਕੋਈ ਘੱਟ ਐਕਸਰਸਾਈਜ਼ ਕਰਦਾ ਹੈ, ਤੇ ਇਸ ਤਰ੍ਹਾਂ ਕਿਸੇ ਨੂੰ ਬਿਮਾਰੀ ਕੋਈ ਹੋਰ ਵੀ ਲੱਗੀਆਂ ਹੋਈਆਂ ਨਾਲ, ਕਿਸੇ ਨੂੰ ਨਹੀਂ ਬਿਮਾਰੀ ਹੈਗੀ ਹੈ। ਤੋ ਇਹ ਡਿਫਰੈਂਟ ਹੁੰਦਾ ਹੈ ਡਿਫਰੈਂਟ ਪੀਪਲ ਵਾਸਤੇ। ਤੇ ਜੇ ਆਪਾਂ ਐਵਰੇਜ ਅਗਰ ਲੈ ਕੇ ਚੱਲੀਏ ਤੇ ਐਵਰੇਜ ਤੇ ਮੈਂ ਤੁਹਾਨੂੰ ਇੱਕ ਹਿਸਟਰੀ ਸਮਝਾਉਂਦਾ ਇਹਨਾਂ ਨੇ ਕੀ ਕੀਤਾ ਸੀਗਾ। 1979 ਵਿੱਚ ਡਾਇਬੀਟੀਜ਼ ਡੇਟਾ ਗਰੁੱਪ ਜਿਹੜਾ ਸੀਗਾ ਉਹਨਾਂ ਨੇ ਕਿਹਾ ਕਿ ਸ਼ੂਗਰ ਹਾਈ ਜਿਹੜਾ ਹੁੰਦਾ ਨੁਕਸਾਨ ਤਾਂ ਕਰਦਾ ਹੈਗਾ, ਤੇ ਉਹਨਾਂ ਨੂੰ ਨੰਬਰ ਨਹੀਂ ਪਤਾ ਸੀਗਾ ਕਿ ਵੀ ਕਿੰਨੇ ਸ਼ੂਗਰ ਤੋਂ ਬਾਅਦ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਉਹਨਾਂ ਨੇ ਕਿਹਾ ਕਿ 200 mg ਪਰ ਡੈਸੀਲੀਟਰ ਜੋ ਹੈਗਾ, ਅਗਰ ਇਸ ਤੋਂ ਥੱਲੇ ਤੁਹਾਡਾ ਸ਼ੂਗਰ ਹੈਗਾ ਤਾਂ ਤੁਸੀਂ ਨਾਰਮਲ ਹੈਗੇ, 200 ਤੋਂ ਉੱਤੇ ਹੈਗਾ ਫਿਰ ਦਵਾਈ ਖਾਣ ਦੀ ਲੋੜ ਹੈਗੀ। ਫਿਰ ਕੁਝ ਸਾਲਾਂ ਬਾਅਦ ਕੀ ਹੋਇਆ, 1997 ਵਿੱਚ ਜਾ ਕੇ ਉਹਨਾਂ ਨੇ ਕਿਹਾ ਨਹੀਂ 200 ਨਹੀਂ, ਜੇ ਤੁਹਾਡਾ ਫਾਸਟਿੰਗ ਸ਼ੂਗਰ 126 ਤੋਂ ਥੱਲੇ ਨਹੀਂ ਆਉਂਦਾ, ਜੇ 126 ਤੋਂ ਉੱਤੇ ਰਹਿ ਰਿਹਾ ਤਾਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੋ। ਫਿਰ ਕੀ ਹੋਇਆ, ਕੁਝ ਸਾਲਾਂ ਬਾਅਦ 6 ਸਾਲ ਬਾਅਦ 2003 ਵਿੱਚ ਗਾਈਡਲਾਈਨਸ ਆਈਆਂ ਕਿ ਨਹੀਂ 126 ਤਾਂ ਜ਼ਿਆਦਾ ਹੈਗਾ,
100 ਦੇ ਥੱਲੋਂ ਅਗਰ ਤੁਹਾਡਾ ਫਾਸਟਿੰਗ ਸ਼ੂਗਰ ਹੈ ਤਾਂ ਤੁਸੀਂ ਨਾਰਮਲ ਰੇਂਜ ਵਿੱਚ ਹੈਗੇ ਆ, ਯਾਨੀ ਕਿ ਮਤਲਬ ਆંકੜੇ ਘਟਾਏ ਜਾ ਰਹੇ ਹੈਗੇ ਆ। ਜੀ। ਤੇ ਉਸ ਤੋਂ ਬਾਅਦ ਕੀ ਹੋਇਆ, ਹੋਰ 2010 ਦੇ ਵਿੱਚ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਇਹਨਾਂ ਨੇ ਮਿਲ ਕੇ ਕਿਹਾ ਕਿ ਜੇ ਤੁਹਾਡਾ ਫਾਸਟਿੰਗ ਸ਼ੂਗਰ 100 ਤੋਂ ਥੱਲੇ ਹੈਗਾ ਲੇਕਿਨ ਰੋਟੀ ਖਾਣ ਤੋਂ ਬਾਅਦ ਜਿਹੜਾ ਸ਼ੂਗਰ ਤੁਹਾਡਾ 140 ਤੋਂ ਉੱਤੇ ਜਾ ਰਿਹਾ ਹੈਗਾ, ਜਾਂ ਫਿਰ ਤੁਹਾਡਾ HbA1c 5.6 ਤੋਂ ਉੱਤੇ ਹੈਗਾ, ਤਾਂ ਵੀ ਤੁਸੀਂ ਨਾਰਮਲ ਰੇਂਜ ਤੋਂ ਬਾਹਰ ਹੋ, ਤੁਸੀਂ ਪ੍ਰੀ ਡਾਇਬੀਟਿਕ ਹੋ ਚੁੱਕੇ ਹੋ, ਯਾਨੀ ਡਾਇਬੀਟੀਜ਼ ਹੋਣ ਵਾਲਾ ਹੈ, ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਦਵਾਈਆਂ ਖਾਣ ਦੀ ਹੁਣ ਲੋੜ ਪੈ ਜਾਏਗੀ। ਤਾਂ ਉਹ ਇਹਨਾਂ ਨੇ ਇੱਕ ਇਸ ਤਰ੍ਹਾਂ ਸਿਸਟਮ ਬਣਾ ਲਿਆ। ਅਸਲ ਵਿੱਚ ਕੀ ਹੈਗਾ, ਜਿਹੜਾ ਆਪਾਂ ਟ੍ਰਾਇਲ ਦੀ ਗੱਲ ਕੀਤੀ ਸੀਗੀ ਉਹਦੇ ਵਿੱਚ ਇਹ ਦੇਖਿਆ ਗਿਆ ਸੀਗਾ ਕਿ ਅਗਰ ਤੁਹਾਡਾ ਸ਼ੂਗਰ 228 ਤੋਂ ਥੱਲੇ ਹੈਗਾ ਤਾਂ ਤੁਸੀਂ ਉਹਨਾਂ ਲੋਕਾਂ ਤੋਂ ਬੈਟਰ ਸਰਵਾਈਵ ਕਰਦੇ ਹੋ ਜਿਹੜੇ ਲੋਕੀ ਦਵਾਈਆਂ ਖਾ ਕੇ ਆਪਣਾ ਸ਼ੂਗਰ ਘਟਾ ਰਹੇ ਸੀ। ਯਾਨੀ ਕਿ ਅਗਰ ਤੁਹਾਡਾ ਸ਼ੂਗਰ 200 ਦੇ ਆਸ-ਪਾਸ ਆ ਰਿਹਾ ਹੈਗਾ, then it is better to have 200 sugar than to eat medicines and get it to 150। ਇਹ ਉਸ ਟ੍ਰਾਇਲ ਵਿੱਚ ਨਿਕਲਿਆ ਸੀਗਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਇਹ ਹੈਗੀ ਕਿ ਸ਼ੂਗਰ ਦਾ ਲੈਵਲ ਇੰਪੋਰਟੈਂਟ ਹੈਗਾ ਕਿ ਸਾਡੀ ਹੈਲਥ ਇੰਪੋਰਟੈਂਟ ਹੈਗੀ। ਜੀ ਬਿਲਕੁਲ। ਹਾਂ, ਹੁਣ ਜਿਵੇਂ ਮੰਨ ਲਓ ਮੇਰਾ ਸ਼ੂਗਰ ਲੈਵਲ ਆ ਜਾਂਦਾ 250 ਹੈ ਨਾ, ਮੇਰਾ ਸ਼ੂਗਰ ਲੈਵਲ ਆ ਜਾਂਦਾ 250, ਲੇਕਿਨ ਮੈਂ ਫੁੱਟਬਾਲ ਖੇਡ ਸਕਦਾ ਹੈਗਾ, ਮੈਂ ਭੱਜ ਸਕਦਾ ਚੰਗੀ ਤਰ੍ਹਾਂ, ਮੇਰੀ ਕੋਈ ਸਰੀਰ ਵਿੱਚ ਦਰਦ ਨਹੀਂ ਹੈਗਾ, ਮੇਰਾ ਮਾਈਂਡ ਇੱਕਦਮ ਸ਼ਾਰਪ ਹੈਗਾ, ਮੇਰਾ ਸਵੇਰੇ ਪੇਟ ਸਾਫ਼ ਹੁੰਦਾ ਹੈ, ਮੇਰੀ ਸਕਿਨ ਸਾਫ਼ ਹੈਗੀ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਬੋਡੀ ਵਿੱਚ ਪੂਰੀ ਐਨਰਜੀ ਹੈ। ਲੇਕਿਨ ਕੋਈ ਹੋਰ ਬੰਦਾ ਹੈ ਉਹਦਾ ਸ਼ੂਗਰ 150 ਹੈ, ਲੇਕਿਨ ਉਹ ਨਾ ਭੱਜ ਸਕਦਾ ਹੈ, ਸੀੜੀਆਂ ਚੜ੍ਹਨ ਵਿੱਚ ਦਰਦ ਹੁੰਦਾ ਹੈ, ਉਹਨੂੰ ਪੇਟ ਵਿੱਚ ਗੜਬੜ ਰਹਿੰਦੀ ਹੈ, ਸਵੇਰੇ ਪੇਟ ਸਾਫ਼ ਨਹੀਂ ਹੁੰਦਾ, ਸਕਿਨ ਉਹਦੀ ਸਾਫ਼ ਨਹੀਂ ਹੈਗੀ, ਤੇ ਮੇਰਾ 250 ਵਧੀਆ ਹੈ ਕਿ ਉਹਦਾ 150 ਵਧੀਆ ਹੈਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹੈ ਨਾ, ਸੋ ਮੇਰਾ 250 ਦੇ ਵਿੱਚ ਵਧੀਆ ਹੈਗਾ, ਉਹਦਾ 150। ਹਾਂ, ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਦੇਖੋ ਕਿ ਤੁਹਾਡੀ ਹੈਲਥ ਕਿਵੇਂ ਹੈਗੀ ਹੈ, ਮਤਲਬ ਤੁਹਾਡੀ ਸ਼ੂਗਰ ਸਰੀਰ ਤੇ ਡਿਪੈਂਡ ਕਰਦਾ ਹੈ। ਹਾਂ, ਕਿ ਆਪਣੀ ਜਿਹੜੀ ਹੈਲਥ ਹੈਗੀ ਉਹ ਅਗਰ ਮੰਨ ਲਓ ਖਰਾਬ ਹੈ, ਨਾਲ ਸ਼ੂਗਰ ਵੀ ਹਾਈ ਹੈਗੀ, ਤਾਂ ਆਪਾਂ ਕਹਿ ਸਕਦੇ ਹਾਂ ਆਪਾਂ ਡਾਇਬੀਟੀਜ਼ ਦੇ ਪੇਸ਼ੈਂਟ ਹੈ ਤੇ ਸਾਨੂੰ ਡਾਇਬੀਟੀਜ਼ ਦਾ ਸਹੀ ਇਲਾਜ ਕਰਾ ਲੈਣਾ ਚਾਹੀਦਾ ਹੈਗਾ। ਔਰ ਉਹ ਸਹੀ ਇਲਾਜ ਮਤਲਬ ਗੋਲੀਆਂ ਨਹੀਂ ਹੈਗਾ, ਉਹ ਹੈ ਡਾਈਟ ਐਂਡ ਲਾਈਫ ਸਟਾਈਲ ਚੇਂਜ ਕਰ ਲੈਣਾ। ਪਰ ਜੇ ਸਾਡਾ ਸ਼ੂਗਰ ਦਾ ਨੰਬਰ ਹਾਈ ਹੈ ਪਰ ਸਾਨੂੰ ਕੋਈ ਦਿੱਕਤ ਨਹੀਂ, ਆਪਾਂ ਬਿਲਕੁਲ ਫਿਟ ਮਹਿਸੂਸ ਕਰ ਰਹੇ ਹਾਂ, ਤੇ ਫਿਰ ਸਾਨੂੰ ਟੈਨਸ਼ਨ ਲੈਣ ਦੀ ਕੀ ਲੋੜ ਹੈਗੀ। ਬਿਲਕੁਲ ਬਿਲਕੁਲ। ਦਰਸ਼ਕੋ, ਇਹ ਚੀਜ਼ਾਂ ਜਿਹੜੀਆਂ ਬਹੁਤ ਸਮਝਣ ਵਾਲੀਆਂ ਨੇ। ਕਿੱਥੇ 250 ਤੋਂ ਜਿਹੜਾ ਇਹ ਪੈਮਾਨਾ ਸੀ ਉਹ ਹੌਲੀ ਹੌਲੀ ਘਟਾ ਕੇ ਤੇ 100 ਤੱਕ ਲੈ ਆਂਦਾ ਗਿਆ ਕਿ 100 ਤੱਕ ਵੀ ਜੇਕਰ ਤੁਹਾਡੀ ਸ਼ੂਗਰ ਹੈ ਤਾਂ ਤੁਸੀਂ ਮਰੀਜ਼ ਹੋ ਚੁੱਕੇ ਹੋ ਤੇ ਦਵਾਈਆਂ ਤੋਂ ਤੁਹਾਨੂੰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜੇਕਰ ਉਹਦੇ ਵਿੱਚ ਬਚਾਅ ਹੋਣਾ ਵੀ ਹੋਵੇ ਤਾਂ ਉਹ ਵੀ ਨਹੀਂ ਹੁੰਦਾ, ਕਿਉਂਕਿ ਐਸੀਆਂ ਟੈਬਲੇਟਸ ਜਿਵੇਂ ਕਮਲਪ੍ਰੀਤ ਹੋਰੀ ਦੱਸਦੇ ਆ ਕਿ ਫਿਰ ਉਸ ਤੋਂ ਬਾਅਦ ਇੰਜੈਕਸ਼ਨ ਜਾਂ ਫਿਰ ਹੋਰ ਜਿਹੜਾ ਹੈ ਵਿੱਚ ਐਡ ਕੀਤਾ ਜਾਂਦਾ, ਉਹਦੇ ਨਾਲ ਵੀ ਸ਼ੂਗਰ ਜਿਹੜੀ ਆ ਵੱਧਦੀ ਹੈ, ਉਹਦੇ ਨਾਲ ਬਿਮਾਰੀਆਂ ਵੀ ਹੋਰ ਵੱਧਦੀਆਂ ਹੈਗੀਆਂ। ਸੋ ਇਹਨੂੰ ਸਮਝਣ ਦੀ ਜਿਹੜੀ ਬਹੁਤ ਲੋੜ ਹੈਗੀ ਆ। ਸੋ ਕਰਨਾ ਕੀ ਚਾਹੀਦਾ ਹੁਣ? ਮੰਨ ਲਓ ਕੋਈ ਵੀ ਇਨਸਾਨ ਹੈ, ਆਪਾਂ ਫੋਰ ਐਗਜ਼ਾਮਪਲ ਗੱਲ ਕਰ ਰਹੇ ਨੇ, ਉਹਨੂੰ ਲੱਛਣ ਮਹਿਸੂਸ ਹੋ ਰਹੇ ਨੇ, ਕੀ ਕਰਨਾ ਚਾਹੀਦਾ ਹੈ? ਸ਼ੂਗਰ ਚੈੱਕ ਕਰਵਾ ਕੇ ਕਿੰਨੇ ਤੱਕ ਹੋਵੇ ਤਾਂ ਉਹਨੂੰ ਚਿੰਤਾ ਕਰਨ ਦੀ ਲੋੜ ਹੈਗੀ ਹੈ, ਤਾਂ ਕੀ ਕੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ? ਇਹਦੇ ਬਾਰੇ ਦੱਸੋ, ਫਿਰ ਆਪਾਂ ਨੂੰ ਇਲਾਜ ਬਾਰੇ ਵਾਲੇ ਪਾਸੇ ਆਪਾਂ ਜਾਂਦੇ ਹਾਂ ਜੀ। ਹਾਂ, ਇਲਾਜ ਵਿੱਚ ਕੀ ਹੈਗਾ, ਇਹਦੇ ਵਿੱਚ ਨਾ ਹਰ ਬੰਦੇ ਦੀ ਬੋਡੀ ਅਲੱਗ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀਗਾ। ਤਾਂ ਹਰ ਕਿਸੇ ਦਾ ਆਪਾਂ ਵੱਖਰਾ ਡਾਈਟ ਪਲਾਨ ਬਣਾਉਂਦੇ ਹਾਂ, ਹਰ ਕਿਸੇ ਦਾ ਵੱਖਰਾ ਹਰਬਲ ਸਪਲੀਮੈਂਟ ਹੁੰਦਾ ਹੈ ਜੋ ਆਪਾਂ ਦੱਸਦੇ ਹਾਂ ਕਿ ਜਿਹਨੂੰ ਲੈਣ ਨਾਲ ਉਹਦੀ ਬੋਡੀ ਜਿਹੜੀ ਹੈ ਆਟੋਮੈਟਿਕਲੀ ਆਪਣੇ ਆਪ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਹੈ। ਤਾਂ ਬੋਡੀ ਟੂ ਬੋਡੀ, ਪਰਸਨ ਟੂ ਪਰਸਨ, ਕੰਟਰੀ ਟੂ ਕੰਟਰੀ, ਉਹ ਹਾਈਟ ਐਂਡ ਵੇਟ ਦੇ ਅਕੋਰਡਿੰਗ ਉਹਨਾਂ ਦਾ ਡਾਈਟ ਪਲਾਨ ਬਣਦਾ ਹੈਗਾ, ਸਾਰੀ ਚੀਜ਼ਾਂ ਫਿਟ ਕਰਕੇ। ਲੇਕਿਨ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਹਰ ਕਲਾਇੰਟ ਨੂੰ ਰਿਕਮੈਂਡ ਕਰਦਾ ਡਾਇਬੀਟੀਜ਼ ਦੇ ਕੇਸ ਵਿੱਚ, ਜਿਹਨੂੰ ਫੋਲੋ ਕਰਨ ਨਾਲ ਤੁਹਾਡੀ ਸ਼ੂਗਰ ਦੀ ਮਾਤਰਾ ਜਿਹੜੀ ਹੈ ਥੋੜੀ ਥੋੜੀ ਨਾਰਮਲ ਹੋਣੀ ਆਪਣੇ ਆਪ ਸ਼ੁਰੂ ਹੋ ਜਾਏਗੀ, ਤੇ ਅਲਟੀਮੇਟਲੀ ਉਹ ਕਾਫੀ ਹੱਦ ਤੱਕ ਠੀਕ ਹੋ ਜਾਏਗੀ। ਤੇ ਜੇ ਤੁਹਾਨੂੰ ਪਰਸਨਲ ਗਾਈਡੈਂਸ ਦੀ ਲੋੜ ਹੈਗੀ ਤੁਸੀਂ ਸਾਨੂੰ ਸਭ ਕੰਟੈਕਟ ਵੀ ਕਰ ਸਕਦੇ ਆ, ਆਪਾਂ ਤੁਹਾਡੇ ਹਿਸਾਬ ਨਾਲ ਤੁਹਾਡਾ ਡਾਈਟ ਪਲਾਨ ਬਣਾ ਕੇ ਭੇਜ ਸਕਦੇ ਹਾਂ। ਤੇ ਜਿਹੜੀ ਜਨਰਲ ਗਾਈਡਲਾਈਨਸ ਹੈਗੀ ਸ਼ੂਗਰ ਦੇ ਪੇਸ਼ੈਂਟਸ ਵਾਸਤੇ, ਉਹ ਇਹ ਹੈਗੀ ਕਿ ਪਹਿਲੀ ਗੱਲ ਤਾਂ ਕੋਈ ਵੀ ਚੀਜ਼ ਜਿਹੜੀ ਫੈਕਟਰੀ ਤੋਂ ਆਉਂਦੀ ਹੈਗੀ, ਪ੍ਰੋਸੈਸ ਹੋ ਕੇ, ਰਿਫਾਈਨ ਹੋ ਕੇ, ਪੈਕੇਜ ਹੋ ਕੇ, ਉਹ ਚੀਜ਼ਾਂ ਬਿਲਕੁਲ ਨਹੀਂ ਲੈਣੀਆਂ। ਕੋਈ ਵੀ ਡਿੱਬੇਬੰਦ ਚੀਜ਼ ਨਹੀਂ ਲੈਣੀ, ਜਿਵੇਂ ਕਿ ਹੁਣ ਕੁਰਕੁਰੇ, ਪੈਟੀਜ਼, ਚਿਪਸ, ਨਮਕੀਨ, ਪਿਜ਼ਾਜ਼, ਬਰਗਰਸ ਔਰ ਲੇਜ਼, ਇਸ ਤਰ੍ਹਾਂ ਦੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਇਸ ਤੋਂ ਇਲਾਵਾ ਜਿਹੜੇ ਰਿਫਾਈਨਡ ਮੈਦਾ ਹੈਗਾ, ਰਿਫਾਈਨਡ ਵੀਟ ਹੈਗਾ, ਉਹ ਨਹੀਂ ਖਾਣਾ। ਇਸ ਤੋਂ ਇਲਾਵਾ ਜਿਹੜਾ ਰਿਫਾਈਨਡ ਸ਼ੂਗਰ ਹੈਗਾ, ਸ਼ੂਗਰ ਤਾਂ ਬਿਲਕੁਲ ਵੀ ਨਹੀਂ ਖਾਣਾ ਹੈਗਾ, ਉਹ ਤਾਂ ਬਹੁਤ ਖਰਾਬ ਹੈਗਾ ਡਾਇਬੀਟੀਜ਼ ਵਿੱਚ। ਲੇਕਿਨ ਉਹਦੀ ਜਗ੍ਹਾ ਤੁਸੀਂ ਕੀ ਯੂਜ਼ ਕਰ ਸਕਦੇ ਹੋ? ਨੈਚੁਰਲ ਖਜੂਰ ਯੂਜ਼ ਕਰ ਸਕਦੇ ਹੋ, ਕਿਸ਼ਮਿਸ਼ ਯੂਜ਼ ਕਰ ਸਕਦੇ ਹੋ, ਜਾਂ ਤੁਹਾਡੇ ਕੋਲ ਅਗਰ ਐਕਸੈਸ ਹੈਗਾ ਨੈਚੁਰਲ ਗੁੜ ਨਾਲ, ਤੇ ਨੈਚੁਰਲ ਗੁੜ ਵੀ ਯੂਜ਼ ਕਰ ਸਕਦੇ ਹੋ। ਜਿਹੜਾ ਨੈਚੁਰਲ ਗੁੜ ਹੋਏਗਾ ਉਹਦਾ ਮਿੱਠਾ ਤੁਹਾਨੂੰ ਖਰਾਬ ਨਹੀਂ ਕਰੇਗਾ। ਲੇਕਿਨ ਅਗਰ ਉਹ ਗੁੜ ਜਿਹੜਾ ਹੈਗਾ ਉਹ ਫੈਕਟਰੀ 'ਚ ਪ੍ਰੋਸੈਸ ਹੋ ਕੇ ਆ ਰਿਹਾ, ਉਹਦੇ ਵਿੱਚ ਚੀਨੀ ਨਾਲ ਲੱਗੀ ਹੋਈ ਹੈ, ਹੋਰ ਕੈਮੀਕਲ ਲੱਗੇ ਹੋਏ ਆ, ਉਹ ਖਰਾਬ ਕਰੇਗਾ, ਉਹ ਨਹੀਂ ਯੂਜ਼ ਕਰਨਾ ਹੈਗਾ। ਇਸ ਤੋਂ ਇਲਾਵਾ ਜਿਹੜੇ ਐਨੀਮਲ ਪ੍ਰੋਡਕਟਸ ਨੇ ਉਹ ਬਿਲਕੁਲ ਯੂਜ਼ ਨਹੀਂ ਕਰਨੇ, ਜਿਵੇਂ ਕਿ ਨਾਨ ਵੈਜੀਟੇਰੀਅਨ ਫੂਡ, ਸਮੋਕਿੰਗ ਡਰਿੰਕਿੰਗ ਨਹੀਂ ਕਰਨੀ। ਪਲੱਸ ਜਿਹੜੇ ਡੇਅਰੀ ਪ੍ਰੋਡਕਟਸ ਨੇ, ਦੁੱਧ ਦੀਆਂ ਚੀਜ਼ਾਂ ਨੇ, ਉਹ ਵੀ ਡਾਇਬੀਟੀਜ਼ ਪੇਸ਼ੈਂਟਸ ਨੂੰ ਨਹੀਂ ਲੈਣੀ ਚਾਹੀਦੀਆਂ। ਤੁਸੀਂ ਇੰਨੀ ਅਗਰ ਪ੍ਰੀਕਾਸ਼ਨਸ ਫੋਲੋ ਕਰੋਗੇ, ਤੁਸੀਂ ਦੇਖੋਗੇ ਤੁਹਾਡਾ ਸ਼ੂਗਰ ਲੈਵਲ ਪਹਿਲਾਂ ਨਾਲੋਂ ਥੋੜਾ ਜਿਹਾ ਕੰਟਰੋਲ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਕਰਨੀ ਹੈਗੀ, ਜਦ ਵੀ ਤੁਸੀਂ ਦਿਨ ਵਿੱਚ ਰੋਟੀ ਸਬਜ਼ੀ ਖਾਂਦੇ ਹੋ, ਰੋਟੀ ਸਬਜ਼ੀ ਖਾਣ ਤੋਂ
10 ਮਿੰਟ ਪਹਿਲਾਂ ਹੂੰ। 10 ਮਿੰਟ ਪਹਿਲਾਂ ਲਗਭਗ 250 ਤੋਂ 300 ਗ੍ਰਾਮ ਸਲਾਦ ਜ਼ਰੂਰ ਖਾਣਾ ਹੈਗਾ। ਰੋਟੀ ਅੱਛਾ। ਖਾਣ ਤੋਂ ਪਹਿਲਾਂ 10 ਮਿੰਟ ਪਹਿਲਾਂ ਹੂੰ। 250 ਤੋਂ 300 ਗ੍ਰਾਮ ਸਲਾਦ ਜ਼ਰੂਰ ਖਾਣਾ ਹੈਗਾ। ਹੂੰ। ਇਹ ਚੀਜ਼ ਪੱਕੀ ਕਰ ਲਓ। ਫਿਰ ਹੂੰ। ਪਹਿਲਾਂ ਸਲਾਦ ਖਾਇਆ, ਫਿਰ ਰੋਟੀ ਸਬਜ਼ੀ ਖਾਈ, ਪਹਿਲਾਂ ਸਲਾਦ ਫਿਰ ਰੋਟੀ ਸਬਜ਼ੀ। ਇਹਦੇ ਨਾਲ ਮਤਲਬ ਕੀ ਹੋਏਗਾ, ਲੰਚ ਜਿਹੜਾ ਦੇ ਵਿੱਚ ਸਲਾਦ ਵੀ ਹੈ, ਤੇ ਡਿਨਰ ਦੇ ਵਿੱਚ ਵੀ। ਹਾਂ ਲੰਚ ਵਿੱਚ ਵੀ ਡਿਨਰ ਵਿੱਚ ਵੀ ਪਹਿਲਾਂ ਸਲਾਦ ਖਾਣਾ ਹੈਗਾ, ਹੂੰ। ਫਿਰ ਰੋਟੀ ਸਬਜ਼ੀ ਖਾਣੀ ਹੈ। ਇਹਦੇ ਨਾਲ ਕੀ ਹੋਏਗਾ ਕਿ ਸਲਾਦ ਜਿਹੜਾ ਹੈਗਾ ਉਹ ਤੁਹਾਡੀ ਬਾਡੀ ਦੇ ਇੰਟੈਸਟਾਈਨਸ ਵਿੱਚ ਇਸ ਤਰ੍ਹਾਂ ਦੀ ਲਾਈਨਿੰਗ ਬਣਾਏਗਾ ਕਿ ਜਿਹੜਾ ਬਾਅਦ ਵਾਲਾ ਫੂਡ ਹੈਗਾ ਉਹ ਵੀ ਤੁਹਾਨੂੰ ਇੰਨਾ ਨੁਕਸਾਨ ਨਹੀਂ ਕਰੇਗਾ ਜਿਹੜਾ ਕੁੱਕ ਹੋ ਕੇ ਆ ਰਿਹਾ ਹੈਗਾ। ਜਿਹੜਾ ਰॉ ਫੂਡ ਹੋਏਗਾ ਉਹਦੇ ਵਿੱਚ ਜਿਹੜਾ ਇਨਕ੍ਰੀਟਿਨ ਨਾਮ ਦੇ ਐਂਜ਼ਾਈਮਸ ਹੁੰਦੇ ਨੇ ਉਹ ਤੁਹਾਡੇ ਇਨਸੂਲਿਨ ਦੀ ਪ੍ਰੋਡਕਸ਼ਨ ਨੂੰ ਮੈਟਾਬੋਲਾਈਜ਼ ਕਰਨਗੇ, ਫਾਸਟ ਕਰਨਗੇ ਤੇ ਉਹ ਬਾਡੀ ਆਪਣੇ ਆਪ ਥੋੜੀ ਥੋੜੀ ਧੀਰੇ ਧੀਰੇ ਕੰਮ ਕਰਨਾ ਸ਼ੁਰੂ ਕਰ ਦੇਗੀ। ਠੀਕ ਹੈ, ਠੀਕ ਹੈ। ਸੋ ਇਸ ਤੋਂ ਇਲਾਵਾ ਕਿਵੇਂ ਇੱਕ ਡੇਲੀ ਰੂਟੀਨ ਕੀ ਹੋਣਾ ਚਾਹੀਦਾ ਹੈ ਜੇਕਰ ਕੋਈ ਸ਼ੂਗਰ ਦਾ ਮਰੀਜ਼ ਹੈਗਾ, ਮਤਲਬ ਉਹਦਾ ਡੇਲੀ ਰੂਟੀਨ ਕਿਹੋ ਜਿਹਾ, ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਕਿਹੋ ਜਿਹਾ ਰੂਟੀਨ ਚਾਹੀਦਾ ਹੈ? ਹਾਂਜੀ, ਜੇ ਆਪਾਂ ਜਨਰਲ ਗੱਲ ਕਰੀਏ ਤੇ ਉਹਦੇ ਵਿੱਚ ਦੋ ਹੀ ਚੀਜ਼ਾਂ ਮੇਨ ਸੀਗੀਆਂ। ਇੱਕ ਤਾਂ ਪ੍ਰੀਕਾਸ਼ਨਸ ਤੇ ਕੀ ਖਾਣਾ ਹੈਗਾ। ਪ੍ਰੀਕਾਸ਼ਨਸ ਮੈਂ ਆਲਰੇਡੀ ਦੱਸ ਦਿੱਤੀਆਂ ਨੇ। ਜੀ। ਤੇ ਫਿਰ ਜਨਰਲ ਰੂਟੀਨ ਜਿਹੜਾ ਹੈਗਾ ਉਹ ਹੋਏਗਾ ਕਿ ਦੁਪਹਿਰ ਦੇ 12 ਵਜੇ ਤੱਕ ਸਿਰਫ ਤੇ ਸਿਰਫ ਫਲ ਖਾਣੇ ਨੇ। ਤਿੰਨ ਅੱਛਾ। ਚਾਰ ਤਰ੍ਹਾਂ ਦੇ ਫਲ, ਕੋਈ ਵੀ ਫਲ ਜਿਹੜੇ ਤੁਹਾਨੂੰ ਪਸੰਦ ਨੇ, ਚੀਕੂ, ਅੰਬ, ਸੰਤਰਾ, ਮੌਸਮੀ, ਜਿਹੜੇ ਵੀ ਫਲ ਪਸੰਦ ਨੇ ਉਹ ਤੁਸੀਂ ਲੈਣੇ ਹੈਗੇ। ਕਿੰਨੇ ਲੈਣੇ ਹੈਗੇ? ਲਗਭਗ 700 ਤੋਂ 800 ਗ੍ਰਾਮ ਲੈਣੇ ਹੀ ਲੈਣੇ ਨੇ। ਛਿਲਕਾ ਉਤਾਰਨ ਤੋਂ ਬਾਅਦ, ਬੀਜ ਕੱਢਣ ਤੋਂ ਬਾਅਦ 700-800 ਗ੍ਰਾਮ ਖਾਣਾ ਹੀ ਖਾਣਾ ਹੈ। ਜੇ ਹੋਰ ਭੁੱਖ ਲੱਗਦੀ ਹੈ ਤੇ ਹੋਰ ਵੀ ਖਾ ਸਕਦੇ ਹੋ, ਉਹ ਕੋਈ ਲਿਮਿਟ ਨਹੀਂ ਹੈਗਾ ਉਹਦਾ, ਲੇਕਿਨ ਅੱਛਾ। ਘੱਟੋ ਘੱਟ 700-800 ਗ੍ਰਾਮ ਜ਼ਰੂਰ ਖਾਣਾ ਹੈਗਾ। ਇਹ ਦੁਪਹਿਰ ਦੇ 12 ਵਜੇ ਤੱਕ। ਉਸ ਤੋਂ ਹੂੰ। ਬਾਅਦ ਜਿਹੜਾ ਲੰਚ ਹੈਗਾ ਤੇ ਡਿਨਰ ਹੈਗਾ, ਹੂੰ। ਉਸ ਲੰਚ ਤੇ ਡਿਨਰ ਤੋਂ ਪਹਿਲਾਂ ਸਲਾਦ ਦੀ ਇੱਕ ਪਲੇਟ ਜ਼ਰੂਰ ਖਾਣੀ ਹੈ ਜਿਹਦਾ weight ਘੱਟੋ ਘੱਟ 300-400 ਗ੍ਰਾਮ ਹੋਏਗਾ। ਤੇ ਉਹਦੇ ਵਿੱਚ ਠੀਕ ਹੈ। ਥੋੜੇ ਜਿਹੇ ਹਰੇ ਪੱਤੇ, ਜਿਵੇਂ ਪਾਲਕ ਦੇ ਪੱਤੇ, ਮੇਥੀ ਦੇ ਪੱਤੇ, ਧਨੀਆ ਪੱਤੇ, ਪੁਦੀਨਾ ਪੱਤੇ ਪਾ ਕੇ ਹੂੰ। ਉਹਨੂੰ ਬਣਾ ਸਕਦੇ ਹੋ, ਜਿਹਦੇ ਵਿੱਚ ਥੋੜਾ ਜਿਹਾ ਨਾਰੀਅਲ ਵੀ ਕੱਦੂਕਸ ਕਰਕੇ ਪਾ ਸਕਦੇ ਹੋ। ਤੇ ਪਹਿਲਾਂ ਸਲਾਦ ਖਾਣਾ ਹੈ, ਫਿਰ 5-10 ਮਿੰਟ ਬਾਅਦ ਰੋਟੀ ਸਬਜ਼ੀ ਖਾਣੀ ਹੈ। ਉਸੇ ਤਰ੍ਹਾਂ ਡਿਨਰ ਵਿੱਚ ਪਹਿਲਾਂ ਸਲਾਦ, ਫਿਰ ਰੋਟੀ ਸਬਜ਼ੀ। ਸ਼ਾਮ ਨੂੰ ਸਨੈਕਸ ਲੈਣ ਦਾ ਅਗਰ ਮਨ ਕਰੇ 5 ਵਜੇ ਦੇ ਆਸ-ਪਾਸ, ਤੇ ਨਾਰੀਅਲ ਪਾਣੀ ਪੀਤਾ ਜਾ ਸਕਦਾ ਹੈ ਫਰੈਸ਼, ਜਾਂ ਇਸ ਤੋਂ ਇਲਾਵਾ ਕੋਈ ਵੈਜੀਟੇਬਲ ਜੂਸ ਪੀਤਾ ਜਾ ਸਕਦਾ ਹੈ, ਵੈਜੀਟੇਬਲ ਦਾ ਸੂਪ ਪੀਤਾ ਜਾ ਸਕਦਾ ਹੈ, ਜਾਂ ਸਾਤਵਿਕ ਰੈਸਿਪੀ ਵਿੱਚੋਂ ਇੱਕ ਗ੍ਰੀਨ ਟੀ ਬਣਾ ਕੇ ਪੀਤੀ ਜਾ ਸਕਦੀ ਹੈ। ਉਹਦੀ ਰੈਸਿਪੀ ਮੇਰੀ ਵੈਬਸਾਈਟ ਤੇ gosatvik.ca ਤੇ ਮਿਲ ਜਾਏਗੀ। ਉੱਥੋਂ ਡਾਊਨਲੋਡ ਕਰਕੇ ਤੁਸੀਂ ਆਪਣੀ ਗ੍ਰੀਨ ਟੀ ਬਣਾ ਕੇ ਉਹ ਵੀ ਪੀ ਸਕਦੇ ਹੋ, ਜਾਂ ਫਿਰ ਕੋਈ ਨਟਸ, ਡਰਾਈ ਫਰੂਟਸ, ਸਪਰਾਊਟਸ ਖਾਣ ਦਾ ਜੀ ਕਰੇ ਉਹ ਵੀ ਖਾ ਸਕਦੇ ਹੋ। ਇਹ ਸਾਡਾ ਜਨਰਲ ਰੂਟੀਨ ਹੈਗਾ। ਇਹਨੂੰ ਅਗਰ ਫੋਲੋ ਕਰੋਗੇ 3-4 ਮਹੀਨੇ, ਤੁਹਾਡੀ ਥੋੜੀ ਧੀਰੇ ਧੀਰੇ ਡਾਇਬੀਟੀਜ਼, ਅਗਰ ਸ਼ੂਗਰ ਜਿਹੜਾ ਹੈਗਾ ਹਾਈ ਰੇਂਜ ਵਿੱਚ ਹੈਗਾ, ਉਹ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ। ਲੇਕਿਨ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਕੱਲੀ ਡਾਇਬੀਟੀਜ਼ ਹੈਗੀ, ਤੁਸੀਂ 45 ਸਾਲ ਤੋਂ ਛੋਟੇ ਹੈਗੇ ਆ, ਤੇ ਤੁਸੀਂ ਕੌਨਫੀਡੈਂਟਲੀ ਫੋਲੋ ਕਰ ਸਕਦੇ ਹੋ, ਤਾਂ ਤੁਸੀਂ ਇਹਨੂੰ ਫੋਲੋ ਕਰੋ। ਪਰ ਜੇ ਤੁਸੀਂ ਹੋਰ ਵੀ ਬਿਮਾਰੀਆਂ ਨਾਲ ਜੂਝ ਰਹੇ ਹੋ ਜਾਂ ਹੋਰ ਵੀ ਦਵਾਈਆਂ ਖਾ ਰਹੇ ਹੋ, ਨਾਲ ਤੁਹਾਡੀ ਉਮਰ ਵੀ ਜ਼ਿਆਦਾ ਹੈਗੀ, ਤਾਂ ਤੁਸੀਂ ਕਿਸੇ ਐਕਸਪਰਟ ਦੀ ਗਾਈਡੈਂਸ ਵਿੱਚ ਹੀ ਇਹਨੂੰ ਫੋਲੋ ਕਰੋ, ਜਾਂ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਐਕਸਰਸਾਈਜ਼ ਦਾ ਜਿਹੜਾ ਇੱਕ ਪੱਖ ਆ ਜਾਂਦਾ ਹੈ ਕਿ ਐਕਸਰਸਾਈਜ਼ ਵੀ ਜ਼ਰੂਰੀ ਹੈ। ਕਿਵੇਂ ਦੀ ਐਕਸਰਸਾਈਜ਼ ਹੋਣੀ ਚਾਹੀਦੀ ਹੈ, ਤੇ ਜਿਹੜਾ ਤੁਸੀਂ ਡੇਲੀ ਰੂਟੀਨ ਦੱਸ ਰਹੇ ਹੋ ਇਹਦੇ ਵਿੱਚ ਕਿਵੇਂ ਐਕਸਰਸਾਈਜ਼ ਨੂੰ ਐਡ ਕੀਤਾ ਜਾ ਸਕਦਾ ਹੈ? ਹਾਂਜੀ, ਐਕਸਰਸਾਈਜ਼ ਦੇ ਨਾਲ ਕੀ ਹੁੰਦਾ ਹੈ, ਸ਼ੂਗਰ ਜਿਹੜਾ ਹੈਗਾ ਉਹ ਫਰਕ ਆਉਂਦਾ ਹੈਗਾ, ਕਿਉਂਕਿ ਐਕਸਰਸਾਈਜ਼ ਇਜ਼ ਲਾਈਕ ਐਨ ਇਨਵਿਜ਼ੀਬਲ ਇਨਸੂਲਿਨ। ਉਹ ਜਿਹੜਾ ਬਾਡੀ ਵਰਕਆਊਟ ਕਰਦੀ ਹੈ ਤੇ ਬਾਡੀ ਦੇ ਸਵੈਟ ਗਲੈਂਡਸ ਵਿੱਚੋਂ ਟੌਕਸਿਸਿਟੀ ਬਾਹਰ ਨਿਕਲਦੀ ਹੈ। ਐਜ਼ ਅ ਰਿਜ਼ਲਟ ਬਾਡੀ ਦੇ ਫੰਕਸ਼ਨ ਜਿਹੜੇ ਨੇ ਉਹ ਨਾਰਮਲਾਈਜ਼ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ। ਸੋ ਜੇ ਕੋਈ ਉਮਰ ਵੱਡੀ ਹੈਗੀ ਤਾਂ ਫਿਰ ਉਹ ਲਾਈਟ ਐਕਸਰਸਾਈਜ਼ ਵਿੱਚ, ਜਿਵੇਂ ਮਾੜੀ ਮੋਟੀ ਸਟ੍ਰੈਚਿੰਗ ਹੋ ਗਈ, ਪਲੱਸ ਲੌਂਗ ਵਾਕਸ, ਘੱਟੋ ਘੱਟ 30 ਮਿੰਟ 40 ਮਿੰਟ ਡੇਲੀ ਵਾਕ ਕਰੇ, ਉਹ ਉਹਨਾਂ ਵਾਸਤੇ ਇਨਫ ਹੁੰਦੀ ਹੈ। ਕਿ ਬਟ ਕੋਈ ਯੰਗ ਹੈਗਾ ਤੇ ਦੇ ਕੈਨ ਡੂ ਹਾਇਰ ਇੰਟੈਂਸਿਟੀ ਐਕਸਰਸਾਈਜ਼ਸ ਲਾਈਕ ਪੁਸ਼ਅਪਸ ਹੋ ਗਏ, ਹੋਰ ਪੁਲਅਪਸ ਹੋ ਗਏ, ਟ੍ਰਾਈਸੈਪਸ ਡਿਪਸ ਹੋ ਗਈਆਂ, ਸਟ੍ਰੈਚਸ ਹੋ ਗਏ, ਰਨਿੰਗ, ਜੋਗਿੰਗ ਹੋ ਗਈ, ਇਹ ਸਾਰਾ ਕੁਝ ਕਰ ਸਕਦੇ ਆ। ਇਹਦੇ ਨਾਲ ਲੌਂਗ ਟਰਮ ਵਿੱਚ ਜਿਹੜਾ ਬਾਡੀ ਦਾ ਸ਼ੂਗਰ ਹੈਗਾ ਉਹ ਕੰਟਰੋਲ ਹੁੰਦਾ ਹੈਗਾ। ਕਈ ਵਾਰ ਇਦਾਂ ਹੁੰਦਾ ਹੈ ਕਿ ਬੰਦਾ ਐਕਸਰਸਾਈਜ਼ ਕਰਦਾ ਹੈ, ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸ਼ੂਗਰ ਚੈੱਕ ਕਰ ਲੈਂਦਾ ਹੈ ਤੇ ਸ਼ੂਗਰ ਵਧੀ ਹੋਈ ਹੁੰਦੀ ਹੈ, ਤੇ ਸੋਚਦਾ ਕਿ ਮੇਰੇ ਤਾਂ ਸ਼ੂਗਰ ਘਟਣੀ ਚਾਹੀਦੀ ਸੀ, ਇਹ ਵੱਧ ਕਿਵੇਂ ਗਈ? ਕਿਉਂਕਿ ਉਸ ਟਾਈਮ ਬਾਡੀ ਦੀ ਰਿਕੁਆਇਰਮੈਂਟ ਹੁੰਦੀ ਹੈ એનર્ਜੀ ਦੀ, ਤੇ ਉਸ ਟਾਈਮ ਬਾਡੀ ਸ਼ੂਗਰ ਵਧਾ ਲੈਂਦੀ ਹੈਗੀ ਹੈ। ਬਟ ਲੌਂਗ ਟਰਮ ਵਿੱਚ ਐਕਸਰਸਾਈਜ਼ ਨਾਲ ਤੁਹਾਡੀ ਸ਼ੂਗਰ ਜਿਹੜੀ ਹੈ ਉਹ ਕੰਟਰੋਲ ਹੁੰਦੀ ਹੈਗੀ। ਸੋ ਇਹ ਜਿਹੜਾ ਅਪਣਾਉਣ ਦੇ ਨਾਲ ਇਹ ਤਰੀਕਾ ਜਿਹੜਾ ਹੈਗਾ ਤੁਸੀਂ ਦੱਸ ਰਹੇ ਹੋ, ਸੋ ਇਹਦੇ ਨਾਲ ਸ਼ੂਗਰ ਦਾ ਇਲਾਜ ਜਿਹੜਾ ਪੱਕੇ ਤੌਰ ਤੇ ਕੀਤਾ ਜਾ ਸਕਦਾ ਹੈ। ਮਤਲਬ ਕਿ ਕਿੰਨੀ ਕੁ ਦੇਰ ਇਹ ਚੀਜ਼ਾਂ ਫੋਲੋ ਕਰਨ ਦੀ ਜ਼ਰੂਰਤ ਹੈਗੀ ਹੈ, ਜਾਂ ਫਿਰ ਲਾਈਫ ਟਾਈਮ ਜਿਹੜਾ ਹੈ ਇਹਨੂੰ ਫੋਲੋ ਕਰਨਾ ਪਊਗਾ? ਹਾਂਜੀ, ਅਗਰ ਥੋੜੇ ਟਾਈਮ ਤੋਂ ਹੀ ਸ਼ੂਗਰ ਸ਼ੁਰੂ ਹੋਈ ਹੈ ਤਾਂ 3 ਮਹੀਨੇ ਵਿੱਚ ਇਹ ਠੀਕ ਹੋ ਜਾਂਦਾ ਹੈਗਾ ਇਸ ਡਾਈਟ ਦੇ ਨਾਲ। ਪਰ ਜੇ ਲੰਬੀ ਪ੍ਰੋਬਲਮ ਹੋਏ, ਤੁਹਾਡੀ ਉਮਰ ਜ਼ਿਆਦਾ ਹੈ, ਮਲਟੀਪਲ ਪ੍ਰੋਬਲਮਸ ਨੇ, ਤੇ ਫਿਰ ਉਹ ਡਿਪੈਂਡ ਕਰਦਾ ਹੈ ਕੇਸ ਟੂ ਕੇਸ, ਤੇ ਉਹਦੇ ਵਿੱਚ ਡਾਈਟ ਵੀ ਥੋੜੀ ਜਿਹੀ ਡਿਫਰੈਂਟ ਕਰਨੀ ਪੈਂਦੀ ਹੈ ਡਿਪੈਂਡਿੰਗ ਔਨ ਦਾ ਪੇਸ਼ੈਂਟਸ ਨੀਡਸ ਐਂਡ ਰਿਕੁਆਇਰਮੈਂਟਸ। ਸੋ ਜੇਕਰ ਕਿਸੇ ਵੀ ਡਾਇਬਟੀਜ਼ ਦੇ ਮਰੀਜ਼ ਨੇ ਤੁਹਾਡੇ ਨਾਲ ਸਿੱਧੇ ਤੌਰ ਤੇ ਕੰਟੈਕਟ ਕਰਨਾ ਹੋਵੇ, ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਮੈਨੂੰ ਜਿਹੜਾ ਹੈ ਸਿੱਧੇ ਤੌਰ ਤੇ ਗੱਲਬਾਤ ਕਰਕੇ ਮੇਰੀ ਡਾਈਟ ਜਿਹੜੀ ਹੈ ਉਹ ਬਣਾਓ, ਉਮਰ ਦੇ ਹਿਸਾਬ ਦੇ ਨਾਲ ਕਹਿ ਲਓ ਜਾਂ ਸ਼ੂਗਰ ਦੇ ਲੈਵਲ ਦੇ ਹਿਸਾਬ ਦੇ ਨਾਲ ਕਹਿ ਲਓ, ਤੇ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਜਾ ਸਕਦਾ?
ਹਾਂਜੀ, ਸਾਡੀ ਵੈਬਸਾਈਟ gosatvik.ca ਤੇ ਜਾ ਕੇ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈਗੀ, ਜਾਂ ਫਿਰ ਸਾਨੂੰ WhatsApp ਦੇ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈਗਾ। ਨੰਬਰ ਸਾਡਾ ਹੈਗਾ 9718422691। ਇਹ ਇੰਡੀਆ ਦਾ ਨੰਬਰ ਹੈਗਾ, ਇਸ ਤੇ WhatsApp ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਹੋਰ ਅਖੀਰ ਦੇ ਵਿੱਚ ਕੋਈ ਮੈਸੇਜ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋ ਤਾਂ? ਹਾਂਜੀ, ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਜਿਹੜੀ ਬੋਡੀ ਹੈ, ਹਿਊਮਨ ਬੋਡੀ ਬਹੁਤ ਪ੍ਰੈਸ਼ੀਅਸ ਹੈਗਾ, ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ। ਤੇ ਜਿਹੜੇ ਅੱਜ-ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਤਰ੍ਹਾਂ ਦੀ ਲਾਈਫ ਸਟਾਈਲ ਫੋਲੋ ਕੀਤਾ ਜਾ ਰਿਹਾ ਹੈ, ਉਹਦੇ ਨਾਲ ਸਾਡੇ ਬਹੁਤ ਸਾਰੀਆਂ ਬਿਮਾਰੀਆਂ ਆ ਰਹੀਆਂ ਨੇ। ਬਟ ਇਹ ਨਹੀਂ ਹੈਗਾ ਕਿ ਇੱਕ ਵਾਰ ਤੁਹਾਨੂੰ ਡਾਇਬੀਟੀਜ਼ ਹੋ ਗਈ ਤੇ ਕਦੀ ਠੀਕ ਨਹੀਂ ਹੋ ਸਕਦੀ। ਡਾਇਬੀਟੀਜ਼ ਠੀਕ ਹੋ ਸਕਦਾ ਹੈਗਾ, BP ਠੀਕ ਹੋ ਸਕਦਾ ਹੈਗਾ, ਥਾਈਰੋਇਡ ਠੀਕ ਹੋ ਸਕਦਾ ਹੈਗਾ। ਲਗਭਗ ਸਾਰੀ ਲਾਈਫ ਸਟਾਈਲ ਇਲਨੈਸਿਸ ਠੀਕ ਹੋ ਸਕਦੀਆਂ ਨੇ ਜੇ ਅਸੀਂ ਆਪਣਾ ਖਾਣ ਪੀਣ ਸੁਧਾਰ ਲਈਏ, ਕਿਸੇ ਐਕਸਪਰਟ ਦੀ ਗਾਈਡੈਂਸ ਵਿੱਚ ਆਪਣੇ ਆਪ ਨੂੰ ਢਾਲ ਲਈਏ। ਤੇ ਉਹਦੇ ਨਾਲ ਕੀ ਹੋਏਗਾ, ਇਹ ਜਿਹੜਾ ਗੋਡ ਮੇਡ ਫੂਡ ਹੈਗਾ, ਫਰੂਟਸ, ਰॉ ਵੈਜੀਟੇਬਲਸ, ਇਸ ਤੋਂ ਇਲਾਵਾ ਨਟਸ, ਇਹ ਸਾਨੂੰ ਅੰਦਰੋਂ ਠੀਕ ਕਰਦੇ ਨੇ। ਪਰ ਜਿਹੜਾ ਫੈਕਟਰੀ ਦਾ ਬਣ ਕੇ ਖਾਣਾ ਆਉਂਦਾ ਹੈ, ਇਹ ਸਾਨੂੰ ਖਰਾਬ ਕਰਦਾ ਹੈ। ਕੋਕਾ ਕੋਲਾ ਪੀਣਾ, ਚਾਏ ਪੀਣਾ, ਕੈਫੀਨੇਟਡ ਡਰਿੰਕਸ ਪੀਣਾ, ਇਹ ਸਾਨੂੰ ਅੰਦਰੋਂ ਖਰਾਬ ਕਰਦੀ ਹੈ। ਤੇ ਤੁਸੀਂ ਆਪਣੇ ਜਦ ਲਾਈਫ ਸਟਾਈਲ ਨੂੰ ਠੀਕ ਕਰਨਾ ਸ਼ੁਰੂ ਕਰੋਗੇ, ਤੁਸੀਂ ਦੇਖੋਗੇ ਠੀਕ ਹੋ ਰਹੇ ਹੋ, ਧੀਰੇ ਧੀਰੇ ਤੁਹਾਡੀ ਗੋਲੀਆਂ ਵੀ ਛੁੱਟ ਜਾਣਗੀਆਂ ਤੇ ਤੁਸੀਂ ਉਸ ਤਰ੍ਹਾਂ ਹੋ ਜਾਓਗੇ ਜਿਸ ਤਰ੍ਹਾਂ ਪਹਿਲਾਂ ਸੀਗੇ। ਸੋ ਯੂ ਕੈਨ ਬੀ ਫ੍ਰੀ ਫਰਮ ਡਾਇਬੀਟੀਜ਼। ਸੋ ਪਲੀਜ਼ ਫੋਲੋ ਦਿਸ ਡਾਈਟ ਪਲਾਨ ਐਂਡ ਲਰਨ ਅਬਾਊਟ ਨੈਚੁਰਲ ਹੀਲਿੰਗ। ਕਮਲਪ੍ਰੀਤ ਜੀ, ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਸਾਡੇ ਬਹੁਤ ਸਾਰੇ ਦਰਸ਼ਕ ਇਸ ਪ੍ਰੋਗਰਾਮ ਤੋਂ, ਇਹਨਾਂ ਗੱਲਾਂ ਤੋਂ ਲਾਹਾ ਲੈਣਗੇ ਤੇ ਇਸ ਬਿਮਾਰੀ ਤੋਂ ਛੁਟਕਾਰਾ ਵੀ ਪਾਉਣਗੇ। ਬਹੁਤ ਧੰਨਵਾਦ ਕਰਦਾ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਇਹ ਸੀ ਸਾਡਾ ਅੱਜ ਦਾ ਹੈਲਥ ਸ਼ੋਅ, ਜਿਹਦੇ ਵਿੱਚ ਅਸੀਂ ਗੱਲ ਕੀਤੀ ਹੈ ਸ਼ੂਗਰ ਦੇ ਬਾਰੇ, ਯਾਨੀ ਕਿ ਡਾਇਬੀਟੀਜ਼ ਦੇ ਬਾਰੇ। ਸੋ ਕਿਵੇਂ ਇਹ ਹੁੰਦੀ ਹੈ ਤੇ ਇਹ ਕਿਵੇਂ ਠੀਕ ਵੀ ਕੀਤੀ ਜਾ ਸਕਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਵੀ ਇਹ ਬਿਮਾਰੀ ਠੀਕ ਨਹੀਂ ਹੋਣੀ, ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਵੀ ਦੱਸਿਆ ਕਿ ਕਿਵੇਂ ਡਾਈਟ ਫੋਲੋ ਕਰਕੇ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਐਡਵਾਈਸ ਦਿੰਦੇ ਹਾਂ। ਇਹ ਸਾਰੀ ਜਿਹੜੀ ਹੈ ਉਹ ਸਾਡੀ ਸਲਾਹ ਹੁੰਦੀ ਹੈ ਕਿ ਕਿਵੇਂ ਤੁਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹੋ, ਕਿਉਂ ਹੁੰਦੀਆਂ ਨੇ, ਇਹ ਸਾਰੀ ਗੱਲਬਾਤ ਦੱਸਦੇ ਹਾਂ। ਆਸ ਕਰਦਾ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਸਾਡਾ ਪਸੰਦ ਆਇਆ ਹੋਵੇਗਾ। ਸੋ ਅਗਲੇ ਹਫਤੇ ਫਿਰ ਤੋਂ ਮਿਲਾਂਗੇ, ਕਿਸੇ ਐਸੇ ਸਰੀਰਕ ਜਾਂ ਮਾਨਸਿਕ ਬਿਮਾਰੀ ਦੇ ਬਾਰੇ ਗੱਲਬਾਤ ਕਰਾਂਗੇ ਜਿਸ ਤੋਂ ਕਿ ਅੱਜ ਸਾਡੇ ਆਮ ਮਨੁੱਖਤਾ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ। ਸੋ ਅਗਲੇ ਹਫਤੇ ਫਿਰ ਜ਼ਰੂਰ ਸਾਡਾ ਇਹ ਪ੍ਰੋਗਰਾਮ ਯਾਨੀ ਕਿ ਹੈਲਥ ਸ਼ੋਅ ਦੇਖਿਓ ਤੇ ਉਹਦਾ ਜਿਹੜਾ ਫਾਇਦਾ ਹੈ ਉਹ ਤੁਸੀਂ ਲਿਓ। ਜੇਕਰ ਪ੍ਰੋਗਰਾਮ ਪਸੰਦ ਆਇਆ ਤਾਂ ਇਹਨੂੰ ਸ਼ੇਅਰ ਕਰ ਦਿਓ। YouTube ਦੇ ਉੱਤੇ ਜਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ, Facebook ਤੇ ਸਾਨੂੰ ਲਾਈਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।